ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। SGN ਅਕੈਡਮੀ ਦੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ। ਉਮੀਦ ਹੈ ਸਾਰੇ ਵਿਦਿਆਰਥੀਆਂ ਦੀ ਤਿਆਰੀ ਚੰਗੀ ਚੱਲ ਰਹੀ ਹੋਵੇਗੀ। ਕਰੋਨਾ ਦੇ ਕਾਰਨ ਹਾਲਾਂਕਿ ਪੇਪਰ ਅੱਗੇ ਜਾ ਚੁੱਕਿਆ ਹੈ, ਪਰ ਫਿਰ ਵੀ ਅਸੀਂ ਤਿਆਰੀ ਨੂੰ ਜਾਰੀ ਰੱਖਣਾ ਹੈ, ਤਿਆਰੀ ਨੂੰ ਛੱਡਣਾ ਨਹੀਂ ਹੈ, ਜਿਸ ਨਾਲ ਅਸੀਂ ਪ੍ਰੀਖਿਆ ਦੇ ਵਿੱਚ ਚੰਗੇ ਨੰਬਰ ਪ੍ਰਾਪਤ ਕਰ ਸਕੀਏ, ਚੰਗਾ ਪ੍ਰਦਰਸ਼ਨ ਕਰ ਸਕੀਏ। ਸਭ ਤੋਂ ਪਹਿਲਾਂ ਸਾਰੇ ਸਾਥੀ ਜੋ ਵੀਡੀਓ ਦੇਖ ਰਹੇ ਹਨ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਜਿਸ ਨਾਲ ਤੁਹਾਨੂੰ ਕੰਟੀਨਿਊ ਵੀਡੀਓ ਮਿਲਦੀਆਂ ਰਹਿਣ ਰੀਡ ਪੰਜਾਬੀ ਤੋਂ ਸੰਬੰਧਿਤ। ਤਾਂ ਅਸੀਂ ਅੱਜ ਪੜ੍ਹਨ ਜਾ ਰਹੇ ਹਾਂ ਨਿਰੰਤਰ ਅਤੇ ਵਿਆਪਕ ਮੁਲਾਂਕਣ। ਸਾਡੇ ਰੀਡ ਦੇ ਸਿਲੇਬਸ ਵਿੱਚ L1 ਤੇ L2 ਦੋਵਾਂ ਦੇ ਵਿੱਚ ਨਿਰੰਤਰ ਅਤੇ ਵਿਆਪਕ ਮੁਲਾਂਕਣ ਦਾ ਟੌਪਿਕ ਹੈ ਜੋ ਦਿੱਤਾ ਗਿਆ ਹੈ। ਮੁਲਾਂਕਣ ਹੈ ਪਹਿਲਾਂ, ਉਸ ਤੋਂ ਬਾਅਦ ਹੈ ਨਿਰੰਤਰ ਅਤੇ ਵਿਆਪਕ ਮੁਲਾਂਕਣ। ਹੁਣ ਨਿਰੰਤਰ ਅਤੇ ਵਿਆਪਕ ਮੁਲਾਂਕਣ ਕੀ ਹੈ, ਇਸ ਦੇ ਬਾਰੇ ਅਸੀਂ ਅੱਜ ਜਾਣਾਂਗੇ ਤੇ ਇਹਦੀਆਂ ਕੀ ਵਿਸ਼ੇਸ਼ਤਾਵਾਂ ਹਨ, ਕੀ ਹੈ, ਇਸ ਬਾਰੇ ਅਸੀਂ ਅੱਜ ਚੰਗੀ ਤਰ੍ਹਾਂ ਸਮਝਾਂਗੇ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਨਿਰੰਤਰ ਅਤੇ ਵਿਆਪਕ ਮੁਲਾਂਕਣ ਦਾ ਅਰਥ। ਨਿਰੰਤਰ ਅਤੇ ਵਿਆਪਕ ਮੁਲਾਂਕਣ ਦਾ ਕੀ ਅਰਥ ਹੈ, ਤਾਂ ਅਸੀਂ ਦੇਖਾਂਗੇ ਇਹ ਮੁਲਾਂਕਣ ਵਿਦਿਆਰਥੀਆਂ ਦੇ ਵਿਅਕਤੀਤਵ ਦੇ ਸੰਪੂਰਨ ਵਿਕਾਸ ਤੇ ਆਧਾਰਿਤ ਮੁਲਾਂਕਣ ਦੀ ਵਿਵਸਥਾ ਹੈ। ਕਿਹੜੀ ਵਿਵਸਥਾ ਹੈ ਇਹ? ਵਿਦਿਆਰਥੀਆਂ ਦੇ ਵਿਅਕਤੀਤਵ ਦੇ ਸੰਪੂਰਨ ਵਿਕਾਸ। ਕਿਹੜਾ ਵਿਕਾਸ? ਸੰਪੂਰਨ ਵਿਕਾਸ। ਸੰਪੂਰਨ ਦਾ ਭਾਵ ਹੋ ਗਿਆ ਸਾਰੇ ਪੱਖਾਂ ਤੋਂ। ਉਸ ਸੰਪੂਰਨ ਵਿਕਾਸ ਤੇ ਆਧਾਰਿਤ ਮੁਲਾਂਕਣ ਦੀ ਇੱਕ ਵਿਵਸਥਾ ਹੈ। ਕਿਸ ਪ੍ਰਕਾਰ ਦੀ ਦਾ ਮੁਲਾਂਕਣ ਹੈ? ਸੰਪੂਰਨ ਪੱਖਾਂ ਦੇ ਵਿਕਾਸ ਤੇ ਆਧਾਰਿਤ ਮੁਲਾਂਕਣ ਦਾ ਪ੍ਰਕਾਰ ਹੈ। ਕਿਹੜਾ? ਨਿਰੰਤਰ ਅਤੇ ਵਿਆਪਕ ਮੁਲਾਂਕਣ। ਹੁਣ ਅਸੀਂ ਦੇਖਾਂਗੇ ਕਿ ਅਗਲੀ ਵਿਸ਼ੇਸ਼ਤਾ ਕੀ ਹੈ, ਜਿਹੜੀ ਵਿਦਿਆਰਥੀਆਂ ਦੇ ਸਾਰੇ ਪੱਖਾਂ ਦਾ ਧਿਆਨ ਦਿੰਦੀ ਹੈ। ਸੰਪੂਰਨ ਵਿਕਾਸ ਆ ਗਿਆ। ਸੰਪੂਰਨ ਵਿਕਾਸ ਦੇ ਵਿੱਚ ਕੀ ਹੋ ਗਿਆ ਭਾਵ? ਸਾਰੇ ਪੱਖਾਂ ਤੇ ਧਿਆਨ ਦੇਣ ਵਾਲੀ ਵਿਵਸਥਾ ਕਿਹੜੀ ਹੈ? ਸੰਪੂਰਨ ਵਿਕਾਸ ਵਾਲੀ ਵਿਵਸਥਾ ਹੈ। ਸਾਰੇ ਪੱਖਾਂ ਤੋਂ ਕੀ ਮਤਲਬ ਹੈ, ਹੁਣ ਅਸੀਂ ਸਮਝਾਂਗੇ ਕਿ ਸਾਰੇ ਪੱਖ ਕਿਹੜੇ ਕਿਹੜੇ ਹਨ ਜਿਨ੍ਹਾਂ ਦਾ ਵਿਕਾਸ ਮੁਲਾਂਕਣ ਨਿਰੰਤਰ ਅਤੇ ਵਿਆਪਕ ਮੁਲਾਂਕਣ ਦੁਆਰਾ ਕੀਤਾ ਜਾਵੇ। ਤਾਂ ਸਾਰੇ ਪੱਖਾਂ ਦੇ ਵਿੱਚ ਆ ਗਏ ਵਿਦਿਆਰਥੀ ਦਾ ਚਾਹੇ ਤਾਂ ਮਾਨਸਿਕ ਪੱਖ ਤੋਂ ਉਹਦਾ ਵੀ ਵਿਕਾਸ ਕੀਤਾ ਜਾਵੇ, ਹੋਰ ਕਿਹਦਾ ਕੀਤਾ ਜਾਵੇ ਵਿਕਾਸ? ਸਰੀਰਕ ਪੱਖੋਂ, ਤੇ ਚਾਹੇ ਉਹ ਹੋਵੇ ਸਮਾਜਿਕ ਪੱਖੋਂ। ਇਹ ਸਾਰੇ ਵਿਕਾਸ ਵਿਦਿਆਰਥੀ ਦੇ ਹੋਣੇ ਚਾਹੀਦੇ ਹਨ। ਸਰੀਰਕ, ਮਾਨਸਿਕ ਤੇ ਸਮਾਜਿਕ, ਇਹ ਸਾਰੇ ਵਿਕਾਸ ਦਾ ਆਧਾਰ ਰੱਖਿਆ ਜਾਂਦਾ ਹੈ ਕਿਹਦੇ ਵਿੱਚ? ਨਿਰੰਤਰ ਅਤੇ ਵਿਆਪਕ ਮੁਲਾਂਕਣ ਦੇ ਵਿੱਚ। ਤਾਂ ਸਭ ਤੋਂ ਪਹਿਲਾ ਪ੍ਰਸ਼ਨ ਤਾਂ ਸਾਡਾ ਇਹ ਹੀ ਬਣ ਗਿਆ ਕਿ ਮੁਲਾਂਕਣ ਕਿਹੜੀ ਪ੍ਰਕਿਰਿਆ ਹੈ? ਤਾਂ ਮੁਲਾਂਕਣ ਹੈ ਵਿਦਿਆਰਥੀ ਦੇ ਵਿਅਕਤੀਤਵ ਦੇ ਸੰਪੂਰਨ ਪੱਖਾਂ ਦਾ ਵਿਕਾਸ ਕਰਨ ਵਾਲੀ ਪ੍ਰਕਿਰਿਆ ਹੈ। ਤੇ ਸੰਪੂਰਨ ਪੱਖ ਕਿਹੜੇ ਹਨ? ਮਾਨਸਿਕ, ਸਰੀਰਕ ਤੇ ਸਮਾਜਿਕ। ਇਹ ਸਾਰੇ ਪੱਖਾਂ ਦਾ ਧਿਆਨ ਰੱਖਿਆ ਜਾਂਦਾ ਹੈ। ਇਹਨਾਂ ਦਾ ਵਿਕਾਸ ਨਿਰੰਤਰ ਅਤੇ ਵਿਆਪਕ ਮੁਲਾਂਕਣ ਦੇ ਵਿੱਚ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਅਗਲੀ ਵਿਸ਼ੇਸ਼ਤਾ ਕੀ ਹੈ? ਕੇਵਲ ਮੁਲਾਂਕਣ ਦੀ ਪ੍ਰਕਿਰਿਆ ਹੀ ਨਹੀਂ ਹੈ। ਇਹ ਜਿਹੜੀ ਨਿਰੰਤਰ ਅਤੇ ਵਿਆਪਕ ਮੁਲਾਂਕਣ ਬਾਰੇ ਅਸੀਂ ਪੜ੍ਹ ਰਹੇ ਹਾਂ, ਇਹ ਕੀ ਹੈ? ਕੇਵਲ ਮੁਲਾਂਕਣ ਦੀ ਪ੍ਰਕਿਰਿਆ ਹੀ ਨਹੀਂ, ਇਹ ਦੁਆਰਾ ਇਕੱਲਾ ਮੁਲਾਂਕਣ ਹੀ ਨਹੀਂ ਕੀਤਾ ਜਾਂਦਾ, ਇਹ ਇੱਕ ਸਿਖਾਉਣ ਦੀ ਪ੍ਰਕਿਰਿਆ ਵੀ ਹੈ। ਕਿਹੜੀ ਪ੍ਰਕਿਰਿਆ ਹੈ? ਸਿੱਖਣ ਸਿਖਾਉਣ ਦੀ। ਸਿੱਖਣ ਸਿਖਾਉਣ ਦੀ ਭਾਵ ਅਧਿਗਮ ਜੋ ਚੱਲ ਰਿਹਾ ਹੈ, ਵਿਦਿਆਰਥੀ ਜੋ ਸਿੱਖ ਰਿਹਾ ਹੈ। ਇਹਦੇ ਨਾਲ ਇਕੱਲਾ ਪ੍ਰੀਖਿਆ ਹੀ ਨਹੀਂ ਲਈ ਜਾਂਦੀ, ਇਕੱਲਾ ਪ੍ਰੀਖਣ ਹੀ ਨਹੀਂ ਕੀਤਾ ਜਾਂਦਾ। ਕੀ ਕੀਤਾ ਜਾਂਦਾ ਹੈ? ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵੀ ਇਹਦੇ ਨਾਲ ਨਾਲ ਚੱਲਦੀ ਹੈ। ਸਿੱਖਦੇ ਸਿੱਖਦੇ ਹੀ ਵਿਦਿਆਰਥੀ ਦਾ ਮੁਲਾਂਕਣ ਕੀਤਾ ਜਾਂਦਾ ਹੈ। ਉਸ ਤੋਂ ਇਲਾਵਾ ਅੱਗੇ ਕੀ ਹੈ? ਬੱਚੇ ਦੇ ਵਾਸਤਵਿਕ ਵਿਦਿਅਕ ਧਰਾਤਲ ਨੂੰ ਜਾਣ ਕੇ ਉਸ ਲਈ ਸ਼੍ਰੇਣੀ ਅਨੁਸਾਰ ਯੋਜਨਾ ਬਣਾ ਕੇ ਕੰਮ ਕੀਤਾ ਜਾਂਦਾ ਹੈ। ਇਹਦੇ ਵਿੱਚ ਕਿਹਦੇ ਵਿੱਚ? ਨਿਰੰਤਰ ਅਤੇ ਵਿਆਪਕ ਮੁਲਾਂਕਣ ਦੇ ਵਿੱਚ ਕੀ ਕੀਤਾ ਜਾਂਦਾ ਹੈ? ਬੱਚੇ ਦਾ ਜਿਹੜਾ ਵਾਸਤਵਿਕ ਵਿਦਿਅਕ ਧਰਾਤਲ, ਵਾਸਤਵਿਕ ਵਿਦਿਅਕ ਧਰਾਤਲ ਦਾ ਮਤਲਬ ਹੈ ਕਿ ਜੋ ਵਿਦਿਆਰਥੀ ਅੱਜ ਦੇ ਸਮੇਂ ਵਿੱਚ ਜਾਂ ਵਰਤਮਾਨ ਵਿੱਚ ਸਿੱਖ ਰਿਹਾ ਹੈ, ਉਹਦੀ ਵਾਸਤਵਿਕ ਸਥਿਤੀ ਕੀ ਹੈ?
ਕੀ ਕੰਡੀਸ਼ਨ ਹੈ ਪੜ੍ਹਾਈ ਦੇ ਵਿੱਚ, ਉਹ ਕਿੰਨਾ ਸਿੱਖ ਰਿਹਾ ਹੈ ਜਾਂ ਕਿੰਨਾ ਸਿੱਖ ਚੁੱਕਿਆ ਹੈ, ਕਿਸ ਪ੍ਰਕਾਰ ਸਿੱਖ ਰਿਹਾ ਹੈ, ਉਸਦੇ ਸਿੱਖਣ ਅਨੁਭਵ ਕਿਸ ਪ੍ਰਕਾਰ ਦੇ ਹਨ, ਉਹਨਾਂ ਦਾ ਕੀ ਕੀਤਾ ਜਾਂਦਾ ਹੈ, ਅਧਿਐਨ ਕੀਤਾ ਜਾਂਦਾ ਤੇ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ। ਤੇ ਉਹ ਜਾਣਕਾਰੀ ਪ੍ਰਾਪਤ ਕਰਕੇ ਕੀ ਕੀਤਾ ਜਾਂਦਾ ਹੈ, ਫਿਰ ਉਹਨਾਂ ਨੂੰ ਸ਼੍ਰੇਣੀ ਅਨੁਸਾਰ ਯੋਜਨਾ ਵੀ, ਜਿਵੇਂ ਵਿਦਿਆਰਥੀਆਂ ਦਾ ਲੈਵਲ, ਇੱਕ ਲੈਵਲ ਦੇ ਵਿਦਿਆਰਥੀਆਂ ਨੂੰ ਅਲੱਗ, ਅਲੱਗ ਲੈਵਲ ਦੇ ਵਿਦਿਆਰਥੀਆਂ ਨੂੰ ਅਲੱਗ ਕਰਕੇ ਸ਼੍ਰੇਣੀਆਂ ਬਣਾ ਕੇ ਉਹਨਾਂ ਦੀ ਕੀ ਕਰੀ ਜਾਂਦੀ ਹੈ, ਯੋਜਨਾ ਬਣਾਈ ਜਾਂਦੀ ਹੈ ਤੇ ਇੱਕ ਚੰਗੀ ਯੋਜਨਾ ਬਣਾ ਕੇ ਉਹਨਾਂ ਦਾ ਅਧਿਆਪਨ ਹੈ ਜਿਹੜਾ ਕੀਤਾ ਜਾਂਦਾ ਹੈ, ਉਹਨਾਂ ਨੂੰ ਸਿਖਾਇਆ ਜਾਂਦਾ ਹੈ। ਤਾਂ ਇਹ ਇੱਕ ਵਿਸ਼ੇਸ਼ਤਾ ਇਹਦੀ ਹੈ। ਇਸ ਤੋਂ ਇਲਾਵਾ ਹੋਰ ਕੀ ਹੈ ਨਿਰੰਤਰ ਅਤੇ ਵਿਆਪਕ ਮੁਲਾਂਕਣ ਦੇ ਵਿੱਚ? ਹੁਣ ਜਿਹੜਾ ਨਿਰੰਤਰ ਅਤੇ ਵਿਆਪਕ ਮੁਲਾਂਕਣ ਹੈ, ਅਸੀਂ ਜੋ ਪੜ੍ਹ ਰਹੇ ਹਾਂ ਨਿਰੰਤਰ ਅਤੇ ਵਿਆਪਕ ਮੁਲਾਂਕਣ, ਇਹ ਕਿਸ ਤੇ ਆਧਾਰਿਤ ਹੈ? ਇੱਕ ਤਾਂ ਸਾਡੀ ਨੰਬਰ 1 ਰਾਸ਼ਟਰੀ ਪਾਠਕ੍ਰਮ ਦੀ ਰੂਪਰੇਖਾ ਐਨਸੀਐਫ 2005 ਬਾਰੇ ਤੁਸੀਂ ਪੜ੍ਹਿਆ ਹੋਣਾ ਹੈ। ਤੁਸੀਂ ਜਿਵੇਂ ਸਾਈਕੋਲੋਜੀ ਦੀ ਵੀ ਤਿਆਰੀ ਕਰ ਰਹੇ ਹੋ ਤਾਂ ਉਹਦੇ 'ਚ ਵੀ ਹੈ ਐਨਸੀਐਫ 2005 ਦੇ ਬਾਰੇ ਤੁਸੀਂ ਪੜ੍ਹਿਆ ਹੋਊਗਾ। ਤਾਂ ਐਨਸੀਐਫ 2005 ਉਹ ਕੀ ਸੀ? ਰਾਸ਼ਟਰੀ ਪਾਠਕ੍ਰਮ ਦੀ ਰੂਪਰੇਖਾ ਬਣਾਈ ਗਈ ਸੀ, ਪੂਰੇ ਦੇਸ਼ ਦੀ ਪਾਠਕ੍ਰਮ ਦੀ ਰੂਪਰੇਖਾ ਬਣਾਈ ਗਈ ਸੀ ਕਿ ਕਿਸ ਪ੍ਰਕਾਰ ਪਾਠਕ੍ਰਮ ਨਿਰਧਾਰਿਤ ਕੀਤਾ ਜਾਵੇ ਜਿਹਦੇ ਨਾਲ ਬੱਚਿਆਂ ਨੂੰ ਬਾਲ ਕੇਂਦਰਿਤ ਸਿੱਖਿਆ ਦਿੱਤੀ ਜਾਵੇ। ਅੱਜ ਦੀ ਸਿੱਖਿਆ ਹੈ ਉਹ ਬਾਲ ਕੇਂਦਰਿਤ ਹੈ, ਬੱਚੇ ਨੂੰ ਧਿਆਨ ਵਿੱਚ ਰੱਖ ਕੇ ਹੀ ਸਿੱਖਿਆ ਦੇ ਸਾਰੇ ਕਾਰਜ ਕੀਤੇ ਜਾਂਦੇ ਹਨ। ਤਾਂ ਇਹਦੇ ਵਿੱਚ ਕੀ ਹੈ? ਇੱਕ ਤਾਂ ਇਹ ਹੋ ਗਈ ਐਨਸੀਐਫ 2005, 60% ਵੀ ਪੁੱਛਿਆ ਜਾ ਸਕਦਾ ਹੈ ਕਿਹਦੇ ਤੇ ਆਧਾਰਿਤ ਹੈ? ਐਨਸੀਐਫ 2005 ਚ ਕੀ ਕੀਤਾ ਗਿਆ ਹੈ? ਨਿਰੰਤਰ ਤੇ ਵਿਆਪਕ ਮੁਲਾਂਕਣ ਤੇ ਬਲ ਦਿੱਤਾ ਗਿਆ ਹੈ ਕਿ ਮੁਲਾਂਕਣ ਇਸ ਪ੍ਰਕਾਰ ਦਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਕੀ ਹੈ? ਸਿੱਖਿਆ ਨੰਬਰ 2 ਹੈ ਸਿੱਖਿਆ ਦੇ ਅਧਿਕਾਰ ਕਾਨੂੰਨ ਆਰਟੀਈ 2009, ਇਹਦਾ ਨਾਮ ਤੁਸੀਂ ਸੁਣਿਆ ਹੋਣਾ ਆਰਟੀਈ, ਸਿੱਖਿਆ ਦਾ ਅਧਿਕਾਰ ਕਾਨੂੰਨ ਹੈ ਇਹ, ਰਾਈਟ ਟੂ ਐਜੂਕੇਸ਼ਨ, ਭਾਵ ਸਿੱਖਿਆ ਦਾ ਪ੍ਰਤੇਕ ਬੱਚੇ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਸਿੱਖਿਆ ਨੂੰ ਪ੍ਰਾਪਤ ਕਰਨਾ ਉਹਦਾ ਅਧਿਕਾਰ ਹੈ। ਉਸ ਦੇ ਆਰਟੀਈ 2009 ਇਹ 2010 ਦੇ ਵਿੱਚ ਲਾਗੂ ਹੋਇਆ ਸੀ। ਤਾਂ ਇਹ ਆਰਟੀਈ 2009 ਹੈ ਜੋ ਇੱਕ ਇਹਦੇ ਵਿੱਚ ਕੀ ਬਲ ਦਿੱਤਾ ਗਿਆ? ਨਿਰੰਤਰ ਅਤੇ ਵਿਆਪਕ ਮੁਲਾਂਕਣ ਤੇ ਬਲ ਦਿੱਤਾ ਗਿਆ। ਕਿਹੜੇ ਕਿਹੜਾ ਤੇ? ਇੱਕ ਤਾਂ ਰਾਸ਼ਟਰੀ ਪਾਠਕ੍ਰਮ ਦੀ ਰੂਪਰੇਖਾ ਐਨਸੀਐਫ 2005 ਤੇ ਇੱਕ ਆਰਟੀ 2009, ਇਹਨਾਂ ਦੋਨਾਂ ਦੇ ਵਿੱਚ ਕੀ ਕੀਤਾ ਗਿਆ ਸੀਗਾ? ਨਿਰੰਤਰ ਅਤੇ ਵਿਆਪਕ ਮੁਲਾਂਕਣ ਕਰਨ ਤੇ ਬਲ ਦਿੱਤਾ ਗਿਆ ਸੀ। ਨਿਰੰਤਰ ਅਤੇ ਵਿਆਪਕ ਮੁਲਾਂਕਣ ਕੀਤੇ ਜਾਣ ਤੇ ਬਲ ਦਿੱਤਾ ਗਿਆ ਕਿਹਨਾਂ ਵਿੱਚ? ਇਹਨਾਂ ਦੋਨਾਂ ਵਿੱਚ, 1 ਤੇ 2। ਇੱਕ ਤਾਂ ਕੀ ਹੈ? ਐਨਸੀਐਫ ਤੇ ਇੱਕ ਆਰਟੀ 2009। ਇਸ ਤੋਂ ਬਾਅਦ ਇਸ ਨਿਰੰਤਰ ਅਤੇ ਵਿਆਪਕ ਮੁਲਾਂਕਣ ਦੀਆਂ ਦੋ ਵਿਸ਼ੇਸ਼ਤਾਵਾਂ ਅਸੀਂ ਹੋਰ ਦੇਖਾਂਗੇ। ਇੱਕ ਤਾਂ ਗੁਣਾਤਮਕ, ਇਹ ਇਸ ਨਿਰੰਤਰ ਅਤੇ ਵਿਆਪਕ ਮੁਲਾਂਕਣ ਵਿੱਚ ਮੁਲਾਂਕਣ ਨੂੰ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਹੈ, ਜੋ ਕਿਹੜੀ ਹੈ? ਸਿੱਖਣ ਸਿਖਾਉਣ ਦੀ ਪ੍ਰਕਿਰਿਆ, ਕਿਉਂਕਿ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਹੀ ਹੈ ਮੁਲਾਂਕਣ, ਇੱਕ ਸਿੱਖਣ ਸਿਖਾਉਣ ਦੀ ਪ੍ਰਕਿਰਿਆ। ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨੂੰ ਕੀ ਬਣਾਇਆ ਗਿਆ ਹੈ? ਗੁਣਾਤਮਕ। ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨੂੰ ਗੁਣਾਤਮਕ ਬਣਾਉਣ ਤੇ ਜ਼ੋਰ ਦਿੱਤਾ ਗਿਆ ਹੈ। ਕਿਹਦੇ ਵਿੱਚ? ਮੁਲਾਂਕਣ ਵਿੱਚ, ਨਿਰੰਤਰ ਅਤੇ ਵਿਆਪਕ ਮੁਲਾਂਕਣ ਵਿੱਚ। ਦੂਜੀ ਵਿਸ਼ੇਸ਼ਤਾ ਹੈ ਨਿਰੰਤਰ ਫੀਡਬੈਕ। ਨਿਰੰਤਰ ਫੀਡਬੈਕ ਦਾ ਮਤਲਬ ਹੈ ਵਿਦਿਆਰਥੀ ਦਾ ਫੀਡਬੈਕ ਲਗਾਤਾਰ ਲਿਆ ਜਾਂਦਾ ਹੈ। ਨਿਰੰਤਰ ਕਲਾਸ ਦੇ ਵਿੱਚ ਵਿਦਿਆਰਥੀ ਦਾ ਫੀਡਬੈਕ ਲਿਆ ਜਾਂਦਾ ਹੈ, ਜਿਹਦੇ ਨਾਲ ਕੀ ਬਣਾਇਆ ਜਾ ਸਕਦਾ ਹੈ? ਇੱਕ ਚੰਗੀ ਪਾਠ ਯੋਜਨਾ ਅਸੀਂ ਬਣਾ ਸਕੀਏ। ਚੰਗੀ ਪਾਠ ਯੋਜਨਾ ਜਾਂ ਪਾਠ ਯੋਜਨਾ ਦੇ ਵਿੱਚ ਸੁਧਾਰ ਕਰ ਸਕੀਏ। ਅਸੀਂ ਕੀ ਕਰਾਂਗੇ? ਵਿਦਿਆਰਥੀ ਨੂੰ, ਜਿਵੇਂ ਕਲਾਸ ਚੱਲ ਰਹੀ ਹੈ ਤਾਂ ਅਧਿਆਪਕ ਕੀ ਕਰੂਗਾ? ਉਹਦਾ ਨਿਰੰਤਰ ਫੀਡਬੈਕ ਲੈਂਦਾ ਰਹੂਗਾ ਕਿ ਵਿਦਿਆਰਥੀ ਕਿੰਨਾ ਸਿੱਖ ਰਿਹਾ ਹੈ, ਕਿਵੇਂ ਸਿੱਖ ਰਿਹਾ ਹੈ, ਕਿਹੜੀਆਂ ਕਮੀਆਂ ਹੈ, ਘਾਟਾਂ ਹੈ, ਉਹਨਾਂ ਨੂੰ ਪੂਰਾ ਕਿਵੇਂ ਕੀਤਾ ਜਾ ਸਕਦਾ ਹੈ। ਤਾਂ ਉਹਦੇ ਅਨੁਸਾਰ ਇੱਕ ਚੰਗੀ ਪਾਠ ਯੋਜਨਾ ਦਾ ਨਿਰਮਾਣ ਕਰ ਸਕੀਏ। ਤਾਂ ਇੱਕ ਤਾਂ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨੂੰ ਗੁਣਾਤਮਕ ਬਣਾਇਆ ਜਾਣਾ ਤੇ ਇੱਕ ਨਿਰੰਤਰ ਫੀਡਬੈਕ ਲਿਆ ਜਾਣਾ। ਇਹ ਦੋਨੇ ਗੁਣ ਕਿਹਦੇ ਹਨ? ਨਿਰੰਤਰ ਅਤੇ ਵਿਆਪਕ ਮੁਲਾਂਕਣ ਦੇ। ਹੁਣ ਇਹਦੇ ਵਿੱਚ ਜਿਵੇਂ ਅਸੀਂ ਸਾਡੇ ਤੋਂ ਪੁੱਛਿਆ ਜਾਂਦਾ ਹੈ ਕਿਹਦੇ ਤੇ ਆਧਾਰਿਤ ਹੈ, ਤਾਂ ਇੱਕ ਤਾਂ ਐਨਸੀਐਫ 2005 ਤੇ ਇੱਕ ਆਰਟੀ 2009, ਇਸ ਪ੍ਰਕਾਰ ਦਾ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਜਿਸ ਨੂੰ ਅਸੀਂ ਕਰਨਾ ਹੈ। ਤਾਂ ਨਿਰੰਤਰ ਅਤੇ ਵਿਆਪਕ ਮੁਲਾਂਕਣ ਦੇ 4 ਤੱਤ ਹਨ। ਅਸੀਂ ਉਹ 4 ਤੱਤ ਨਿਰੰਤਰ ਅਤੇ ਵਿਆਪਕ ਮੁਲਾਂਕਣ ਦੇ 4 ਤੱਤ ਕਿਹੜੇ ਹਨ ਉਹਨਾਂ ਬਾਰੇ ਅਸੀਂ ਪੜਾਂਗੇ।
ਤਾਂ ਉਹ ਚਾਰ ਤੱਤ ਹਨ। ਪਹਿਲਾ ਤੱਤ ਹੈ ਨਿਰੰਤਰਤਾ, ਵਿਆਪਕਤਾ, ਆਂਕਲਨ ਤੇ ਮੁਲਾਂਕਣ। ਇਹ ਚਾਰ ਤੱਤ ਹਨ ਨਿਰੰਤਰ ਅਤੇ ਵਿਆਪਕ ਮੁਲਾਂਕਣ ਦੇ ਅੰਤਰਗਤ ਆਉਂਦੇ ਹਨ, ਜਿਹੜੇ ਨਿਰੰਤਰਤਾ, ਵਿਆਪਕਤਾ, ਮੁਲਾਂਕਣ, ਆਕਲਨ ਤੇ ਮੁਲਾਂਕਣ। ਹੁਣ ਇਹਨਾਂ ਚਾਰਾਂ ਨੂੰ ਤੱਤਾਂ ਨੂੰ ਅਸੀਂ ਸਮਝਾਂਗੇ ਕਿ ਕੀ ਹਨ ਇਹ ਚਾਰ ਤੱਤ, ਫਿਰ ਸਾਨੂੰ ਨਿਰੰਤਰ ਅਤੇ ਵਿਆਪਕ ਮੁਲਾਂਕਣ ਬਾਰੇ ਸਾਰੀ ਜਾਣਕਾਰੀ ਹੋ ਜਾਏਗੀ ਤੇ ਅਸੀਂ ਉਸ ਨੂੰ ਸਮਝ ਜਾਵਾਂਗੇ। ਪਹਿਲਾ ਜੋ ਨਿਰੰਤਰ ਅਤੇ ਵਿਆਪਕ ਮੁਲਾਂਕਣ ਦਾ ਤੱਤ ਹੈ ਉਹ ਹੈ ਨਿਰੰਤਰਤਾ। ਅਸੀਂ ਨਿਰੰਤਰਤਾ ਬਾਰੇ ਪੜਾਂਗੇ ਕਿ ਕੀ ਹੈ ਨਿਰੰਤਰਤਾ, ਨਿਰੰਤਰਤਾ ਦੀ ਕੀ ਵਿਸ਼ੇਸ਼ਤਾ ਹੈ, ਕੀ ਗੁਣ ਹਨ ਨਿਰੰਤਰਤਾ ਦੇ ਅੰਤਰਗਤ। ਤਾਂ ਨਿਰੰਤਰਤਾ ਤੋਂ ਅਸੀਂ ਸਮਝਦੇ ਹਾਂ, ਨਿਰੰਤਰਤਾ ਦਾ ਮਤਲਬ ਹੈ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ। ਨਿਰੰਤਰ ਦਾ ਭਾਵ ਹੈ ਨਿਰੰਤਰਤਾ ਦਾ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ। ਨਿਰੰਤਰ ਤੁਸੀਂ ਸਮਝਦੇ ਹੋ ਲਗਾਤਾਰ। ਨਿਰੰਤਰ ਕਿਹਾ ਜਾਂਦਾ ਹੈ ਲਗਾਤਾਰ ਨੂੰ, ਜਾਂ ਅੰਗਰੇਜ਼ੀ 'ਚ ਅਸੀਂ ਕਹਿ ਦਿੰਦੇ ਹਾਂ ਕੰਟੀਨਿਊ ਨੂੰ। ਨਿਰੰਤਰ ਦਾ ਭਾਵ ਹੈ ਲਗਾਤਾਰ। ਹੁਣ ਪਹਿਲਾ ਇਹਦੀ ਵਿਸ਼ੇਸ਼ਤਾ ਹੈ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ, ਉਹ ਪ੍ਰਕਿਰਿਆ ਜੋ ਨਿਰੰਤਰ ਚੱਲਦੀ ਹੈ। ਉਸ ਤੋਂ ਇਲਾਵਾ ਹੋਰ ਕੀ ਹੈ ਇਹਦੇ ਵਿੱਚ ਨਿਰੰਤਰਤਾ ਦੇ ਗੁਣ ਵਿੱਚ? ਵਿਆਪਕ ਅਤੇ ਨਿਰੰਤਰ ਮੁਲਾਂਕਣ ਵਿੱਚ ਸਿੱਖਣ ਪ੍ਰਕਿਰਿਆ ਦੀ ਨਿਗਰਾਨੀ। ਦੂਜਾ ਗੁਣ ਕੀ ਹੈ? ਸਿੱਖਣ ਦੀ ਪ੍ਰਕਿਰਿਆ ਚੱਲਦੀ ਹੈ, ਉਸ ਪ੍ਰਕਿਰਿਆ ਦੇ ਚੱਲਣ ਦੇ ਦੌਰਾਨ ਕੀਤੀ ਗਈ ਨਿਗਰਾਨੀ, ਉਹ ਨਿਗਰਾਨੀ ਹੀ ਇਸ ਦੀ ਕੀ ਹੈ? ਨਿਰੰਤਰਤਾ। ਭਾਵ ਉਹ ਪਰਮਾਨੈਂਟ ਸਿੱਖਣ ਪ੍ਰਕਿਰਿਆ ਦੇ ਦੌਰਾਨ ਚੱਲਦੀ ਰਹਿੰਦੀ ਹੈ। ਉਸ ਤੋਂ ਇਲਾਵਾ ਹੈ ਅੱਗੇ ਨਿਗਰਾਨੀ ਜਦੋਂ ਕਰਦੇ ਹਨ ਅਧਿਆਪਕ ਦੁਆਰਾ ਕੀਤੀ ਜਾਂਦੀ ਹੈ ਤਾਂ ਨਿਗਰਾਨੀ ਦੌਰਾਨ ਕਠਿਨਾਈਆਂ ਨੂੰ ਪਛਾਣਨਾ। ਜਿਹੜੀਆਂ ਕਠਿਨਾਈਆਂ ਵਿਦਿਆਰਥੀਆਂ ਨੂੰ ਆਉਂਦੀਆਂ ਹਨ ਅਧਿਗਮ ਦੇ ਦੌਰਾਨ, ਉਹਨਾਂ ਦੀ ਕੀ ਕੀਤੀ ਜਾਵੇ? ਪਛਾਣ। ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਚੀਜ਼ ਬਾਰੇ, ਨਿਰੰਤਰਤਾ ਬਾਰੇ ਇੱਕ ਸਿੱਧੇ ਤਰੀਕੇ ਨਾਲ ਸਮਝਾਂਗੇ ਕਿ ਨਿਰੰਤਰਤਾ ਹੈ ਕੀ। ਨਿਰੰਤਰਤਾ ਦਾ ਭਾਵ ਇਹ ਹੈ ਮੁਲਾਂਕਣ ਵਿੱਚ ਨਿਰੰਤਰਤਾ ਦਾ। ਨਿਰੰਤਰ ਮੁਲਾਂਕਣ ਤਾਂ ਹੁੰਦਾ ਹੈ, ਇਹ ਜਿਵੇਂ ਪਹਿਲਾਂ ਆਪਣੀ ਪ੍ਰੀਖਿਆ ਪ੍ਰਣਾਲੀ ਚੱਲਦੀ ਸੀ ਕਿ ਸਾਲ ਦੇ ਅੰਤ ਵਿੱਚ ਪ੍ਰੀਖਿਆ ਹੁੰਦੀ ਸੀ, ਜਾਂ ਛਿਮਾਹੀ ਪ੍ਰੀਖਿਆ ਹੋ ਜਾਣੀ, ਜਾਂ ਸਾਲ ਦੇ ਵਿੱਚ 3-4 ਵਾਰ ਪ੍ਰੀਖਿਆ ਹੋ ਜਾਣੀ। ਉਦੋਂ ਕੀ ਹੁੰਦਾ ਸੀ? ਸੰਖਿਆਤਮਕ ਮੁਲਾਂਕਣ ਕੀਤਾ ਜਾਂਦਾ ਸੀ। ਪੇਪਰ ਹੋ ਗਿਆ, ਉਸ ਦੇ ਅੰਕਨ ਦੇ ਆਧਾਰ ਤੇ ਅੰਕ ਪ੍ਰਦਾਨ ਕੀਤੇ ਜਾਂਦੇ ਸੀ ਤੇ ਮੁਲਾਂਕਣ ਕੀਤਾ ਜਾਂਦਾ ਸੀ ਵਿਦਿਆਰਥੀਆਂ ਦਾ। ਉਹ ਪ੍ਰਕਿਰਿਆ ਠੀਕ ਨਹੀਂ ਸੀ। ਹੁਣ ਜਿਹੜੀ ਪ੍ਰਕਿਰਿਆ ਕੀਤੀ ਗਈ ਹੈ, ਜੋ NCF 2005 ਦੇ ਵਿੱਚ ਵੀ ਹੈ ਤੇ RTI ਵਿੱਚ ਵੀ ਉਹਦੇ ਤੇ ਕੀਤਾ ਗਿਆ ਹੈ ਕਿ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਬਲ ਦਿੱਤਾ ਗਿਆ ਹੈ ਕਿ ਇਹਨੂੰ ਪ੍ਰਯੋਗ ਵਿੱਚ ਲਿਆਂਦਾ ਜਾਵੇ। ਤਾਂ ਨਿਰੰਤਰਤਾ ਦਾ ਮਤਲਬ ਇਹ ਹੈ, ਜਿਹੜੀ ਨਿਰੰਤਰਤਾ ਗੁਣ ਹੈ ਨਿਰੰਤਰ ਮੁਲਾਂਕਣ, ਇਹਦਾ ਮਤਲਬ ਇਹ ਹੈ ਕਿ ਜਦੋਂ ਪੂਰਾ ਸਾਲ ਪੜ੍ਹਾਈ ਵਿਦਿਆਰਥੀ ਦੀ ਚੱਲਦੀ ਰਹਿੰਦੀ ਹੈ, ਸਿੱਖਣ ਦੀ ਪ੍ਰਕਿਰਿਆ, ਉਹ ਸਿੱਖਣ ਦੀ ਪ੍ਰਕਿਰਿਆ ਦੌਰਾਨ ਦੇ ਅਨੁਭਵ ਹਨ, ਜਾਂ ਕਲਾਸ ਦੇ ਵਿੱਚ ਪੜ੍ਹਾਈ ਚੱਲ ਰਹੀ ਹੈ, ਉਹ ਸਾਰੀ ਪੜ੍ਹਾਈ ਦੇ ਦੌਰਾਨ ਵੀ ਮੁਲਾਂਕਣ ਹੁੰਦਾ ਰਹੇ। ਭਾਵ ਕਲਾਸ ਦੇ ਵਿੱਚ ਹਮੇਸ਼ਾ ਬੱਚੇ ਦਾ ਮੁਲਾਂਕਣ ਹੁੰਦਾ ਰਹੇ। ਜਿਵੇਂ ਕਲਾਸ ਚੱਲਦੀ ਰਹਿੰਦੀ ਹੈ ਵਿਦਿਆਰਥੀਆਂ ਦੀ, ਤਾਂ ਅਧਿਆਪਕ ਕੀ ਕਰੇ, ਜਦੋਂ ਵਿਦਿਆਰਥੀ ਸਿੱਖ ਰਹੇ ਹਨ, ਪੜ੍ਹ ਰਹੇ ਹਨ, ਲਿਖ ਰਹੇ ਹਨ, ਜਾਂ ਹੋਰ ਪੜ੍ਹਾਈ ਤੋਂ ਰਿਲੇਟਡ ਕੋਈ ਵੀ ਕਾਰਜ ਕਰ ਰਹੇ ਹਨ, ਉਹਨਾਂ ਦੀ ਨਿਗਰਾਨੀ ਰੱਖੇ ਕਿ ਵਿਦਿਆਰਥੀ ਕਿੰਨਾ ਸਿੱਖ ਰਿਹਾ ਹੈ, ਕਿਵੇਂ ਸਿੱਖ ਰਿਹਾ ਹੈ, ਤੇ ਉਹਨੂੰ ਸਿੱਖਣ ਵਿੱਚ ਕੀ ਪਰੇਸ਼ਾਨੀਆਂ ਆ ਰਹੀਆਂ ਹਨ। ਜਦੋਂ ਉਹਨੂੰ ਅਵਸਰ ਦਿੱਤੇ ਜਾਂਦੇ ਹੈ ਪੜ੍ਹਨ ਦੇ, ਤਾਂ ਉਹ ਕਲਾਸ ਦੇ ਵਿੱਚ ਕੀ ਸਿੱਖਦਾ ਹੈ ਜਾਂ ਕੀ ਨਹੀਂ ਸਿੱਖਦਾ। ਤਾਂ ਉਹ ਪੜ੍ਹਨ ਦੇ ਸਮੇਂ ਦੌਰਾਨ ਰੱਖੀ ਗਈ ਨਜ਼ਰ ਕਿ ਵਿਦਿਆਰਥੀ ਕਿੰਨਾ ਪੜ੍ਹ ਰਿਹਾ ਹੈ, ਇੱਕ ਤਾਂ ਕੀ ਕਿੰਨਾ ਸਿੱਖ ਰਿਹਾ ਹੈ। ਦੂਜੀ ਗੱਲ, ਕਮੀ ਕੀ ਰਹਿ ਰਹੀ ਹੈ ਉਹਦੇ ਵਿੱਚ, ਉਹਨਾਂ ਸਾਰਿਆਂ ਨੂੰ ਧਿਆਨ ਵਿੱਚ ਰੱਖਣਾ। ਫਿਰ ਉਹਨਾਂ ਕਮੀਆਂ ਦਾ ਸੁਧਾਰ ਕਰਨ ਲਈ ਨਵੀਂ ਅਧਿਆਪਨ ਯੋਜਨਾ ਬਣਾਉਣੀ ਤੇ ਉਹਨੂੰ ਹੋਰ ਸਿਖਾਉਣਾ, ਜਿਹਦੇ ਨਾਲ ਕਮੀ ਦਿਨੋਂ ਦਿਨ ਕੀ ਹੁੰਦੀ ਜਾਵੇ? ਘਟਦੀ ਜਾਵੇ। ਹੁਣ ਕੀ ਹੈ, ਨਿਗਰਾਨੀ ਕਰਦਾ ਹੈ ਜਦੋਂ ਅਧਿਆਪਕ ਕਠਿਨਾਈਆਂ ਨੂੰ ਪਛਾਣਦਾ ਹੈ ਤੇ ਅਜਿਹੇ ਤਰੀਕੇ ਸੋਚਦਾ ਹੈ ਜਿਸ ਨਾਲ ਸਿੱਖਣ ਨੂੰ ਨਿਰੰਤਰਤਾ ਮਿਲ ਸਕੇ। ਤੇ ਇੱਕ ਅਧਿਆਪਕ ਇਹੋ ਜਿਹੇ ਤਰੀਕੇ ਸੋਚੇ ਜਿਹਦੇ ਨਾਲ ਸਿੱਖਣ ਨੂੰ ਨਿਰੰਤਰਤਾ ਮਿਲ ਸਕੇ, ਭਾਵ ਸਿੱਖਣਾ ਲਗਾਤਾਰ ਜਾਰੀ ਰਹੇ। ਉਸ ਤੋਂ ਇਲਾਵਾ ਸਿੱਖਣ ਪ੍ਰਕਿਰਿਆ ਦੌਰਾਨ ਵਿਦਿਆਰਥੀ ਦੀ ਨਿਗਰਾਨੀ ਜਦੋਂ ਕਰਦਾ ਹੈ, ਸਿੱਖਣ ਦੀ ਪ੍ਰਕਿਰਿਆ ਚੱਲਦੀ ਰਹਿੰਦੀ ਹੈ, ਜਦੋਂ ਅਧਿਆਪਕ ਨਿਗਰਾਨੀ ਕਰਦਾ ਹੈ ਤਾਂ ਉਹਨੇ ਕੀ ਚੀਜ਼ਾਂ ਦਾ ਗੌਰ ਰੱਖਣੀ ਹੈ? ਇੱਕ ਤਾਂ ਵਿਦਿਆਰਥੀਆਂ ਦੁਆਰਾ ਕੀਤੇ ਜਾ ਰਹੇ ਕਾਰਜ, ਜੋ ਵਿਦਿਆਰਥੀ ਸਿੱਖਣ ਤੋਂ ਸੰਬੰਧਿਤ ਕਾਰਜ ਕਰਦਾ ਹੈ ਉਹਨਾਂ ਦੀ ਨਿਗਰਾਨੀ ਕਰਨੀ। ਉਸ ਤੋਂ ਇਲਾਵਾ ਕੀ ਕਰਨਾ? ਜੋ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਹਨ
ਪੜ੍ਹਨ ਦੌਰਾਨ, ਸਿੱਖਣ ਦੇ ਦੌਰਾਨ ਉਹਨਾਂ ਦਾ ਕੀ ਕਰਨਾ ਹੁੰਦਾ ਹੈ, ਅਧਿਆਪਕ ਨੇ ਮੁਸ਼ਕਲਾਂ ਦੀ ਵੀ ਨਿਗਰਾਨੀ ਰੱਖਣੀ ਹੈ। ਇਸ ਤੋਂ ਇਲਾਵਾ ਕੀ ਰੱਖਦਾ ਹੈ ਅਧਿਆਪਕ ਦੁਆਰਾ, ਕਿਰਿਆਸ਼ੀਲਤਾ, ਕਿ ਬੱਚਾ ਕਿੰਨਾ ਕਿਰਿਆਸ਼ੀਲ ਹੈ, ਸਿੱਖਣ ਦੇ ਦੌਰਾਨ ਕਿੰਨਾ ਧਿਆਨ ਦੇ ਰਿਹਾ ਹੈ, ਤਾਂ ਉਹਦੀ ਵੀ ਕੀ ਕਰਨੀ ਹੈ ਅਧਿਆਪਕ ਨੇ ਨਿਗਰਾਨੀ ਕਰਨੀ ਹੈ। ਇਹਨਾਂ ਸਾਰੀਆਂ ਦੀ ਨਿਗਰਾਨੀ ਕਰਕੇ, ਤਿੰਨਾਂ ਚੀਜ਼ਾਂ ਦੀ, ਫਿਰ ਉਸਨੇ ਕੀ ਕਰਨੀ ਹੈ, ਇਸ ਦੀ ਸਮੀਖਿਆ ਕੀ ਕਰਨੀ ਹੈ, ਸਮੀਖਿਆ ਕਰਕੇ ਤੇ ਇਹ ਸਾਰਾ ਸਿੱਟਾ ਕੱਢ ਕੇ ਕਿ ਵਿਦਿਆਰਥੀ ਕੀ ਕੁਝ ਕਰ ਰਿਹਾ ਹੈ, ਕਿੰਨਾ ਸਿੱਖ ਰਿਹਾ ਹੈ, ਫਿਰ ਜ਼ਰੂਰਤ ਅਨੁਸਾਰ ਅਧਿਆਪਕ ਯੋਜਨਾ ਵਿੱਚ ਕੀ ਕਰਨਾ, ਬਦਲਾਅ ਕਰਦੇ ਰਹਿਣਾ। ਕਿ ਅਧਿਆਪਨ ਨੂੰ, ਵਿਦਿਆਰਥੀ ਨੂੰ ਦੇਖ ਲਿਆ ਵੀ ਇੱਕ ਵਿਦਿਆਰਥੀ 'ਚ ਕੀ ਹੁਣ ਕੰਡੀਸ਼ਨ ਕੀ ਹੈ, ਉਸ ਕੰਡੀਸ਼ਨ ਦੇ ਹਿਸਾਬ ਨਾਲ ਕੀ ਬਣਾਤੀ, ਉਹਦੀ ਯੋਜਨਾ ਬਣਾਤੀ। ਤੇ ਅਧਿਆਪਨ ਯੋਜਨਾ ਬਾਰ-ਬਾਰ ਚੇਂਜ ਕਰਦੇ ਰਹਿਣਾ, ਭਾਵ ਜ਼ਰੂਰਤ ਜਦੋਂ ਪੈ ਗਈ ਕਿ ਹੁਣ ਵਿਦਿਆਰਥੀ ਨੂੰ ਇਸ ਯੋਜਨਾ ਨਾਲ ਪੜ੍ਹਾਇਆ ਜਾਣਾ ਚਾਹੀਦਾ ਜਾਂ ਇਸ ਤਰੀਕੇ ਨਾਲ, ਉਵੇਂ ਅਧਿਆਪਨ ਦੀਆਂ ਯੋਜਨਾਵਾਂ 'ਚ ਨਿਰੰਤਰ ਭਾਵ ਲਗਾਤਾਰ ਬਦਲਾਅ ਕਰਦੇ ਰਹਿਣਾ। ਇਹ ਚੀਜ਼ ਹੀ ਕੀ ਹੈ, ਨਿਰੰਤਰ ਮੁਲਾਂਕਣ। ਨਿਰੰਤਰ ਮੁਲਾਂਕਣ ਦਾ ਮਤਲਬ ਕੁੱਲ ਮਿਲਾ ਕੇ ਇਹ ਹੋ ਜਾਂਦਾ ਹੈ ਕਿ ਪੂਰਾ ਸਾਲ ਹੀ ਮੁਲਾਂਕਣ ਚੱਲਦਾ ਰਹਿੰਦਾ ਹੈ। ਜਦੋਂ ਅਧਿਆਪਨ ਚੱਲਦਾ ਰਹਿੰਦਾ ਹੈ, ਸਿੱਖਣ ਦੀ ਪ੍ਰਕਿਰਿਆ ਚੱਲਦੀ ਰਹਿੰਦੀ ਹੈ ਵਿਦਿਆਰਥੀ, ਉਦੋਂ ਵੀ ਕੀ ਚੱਲਦਾ ਰਹਿੰਦਾ ਹੈ, ਮੁਲਾਂਕਣ ਚੱਲਦਾ ਰਹਿੰਦਾ। ਜਿਵੇਂ ਕਲਾਸ ਦੇ ਵਿੱਚ ਵਿਦਿਆਰਥੀ ਨੂੰ ਅਸੀਂ ਕੋਈ ਕਾਰਜ ਦੇ ਦਿੰਦੇ ਹਾਂ, ਜਾਂ ਮੰਨ ਲਓ ਅਸੀਂ ਚੱਲਦੀ ਕਲਾਸ ਦੇ ਵਿੱਚ ਅਧਿਆਪਕ ਕੀ ਕਰਦਾ ਹੈ, ਵਿਦਿਆਰਥੀ ਨੂੰ ਕੰਮ ਦਿੰਦਾ ਹੈ, ਕਿਉਂਕਿ ਵਿਦਿਆਰਥੀ ਵੀ ਕੰਮ ਕਰਨ ਦੇ ਇੱਛੁਕ ਹੁੰਦੇ ਹਨ, ਰੋਚਕਤਾ ਪੈਦਾ ਹੁੰਦੀ ਹੈ। ਜਿਵੇਂ ਕਲਾਸ ਦੇ ਵਿੱਚ ਵਿਦਿਆਰਥੀਆਂ ਨੂੰ ਕਿਤਾਬ ਪੜ੍ਹਨ ਲਈ ਕਿਹਾ ਜਾਵੇ, ਤਾਂ ਇੱਕ ਵਿਦਿਆਰਥੀ ਵਾਰੀ-ਵਾਰੀ ਨਾਲ ਕਿਤਾਬ ਪੜ੍ਹਦਾ ਹੈ, ਤਾਂ ਅਸੀਂ ਕੀ ਕਰਦੇ ਹਾਂ, ਅਧਿਆਪਕ ਦੁਆਰਾ ਕੀ ਕੀਤਾ ਜਾਵੇ, ਉਹ ਕਿਤਾਬ ਜਦੋਂ ਵਿਦਿਆਰਥੀ ਪੜ੍ਹਦਾ ਹੈ ਜਾਂ ਕੋਈ ਵੀ ਕਾਰਜ ਕਰਦਾ ਹੈ, ਉਹਦੀ ਨਿਗਰਾਨੀ ਕੀਤੀ ਜਾਵੇ ਕਿ ਉਹ ਕਿੰਨਾ ਸਹੀ ਪੜ੍ਹ ਰਿਹਾ ਹੈ, ਪਹਿਲਾਂ ਨਾਲੋਂ ਕਿੰਨਾ ਠੀਕ ਪੜ੍ਹ ਰਿਹਾ ਹੈ, ਕੀ ਗਲਤੀਆਂ ਕਰ ਰਿਹਾ ਹੈ, ਤੇ ਉਹਨਾਂ ਗਲਤੀਆਂ ਨੂੰ ਸੁਧਾਰਨ ਵਾਸਤੇ ਯੋਜਨਾ ਬਣਾਈ ਜਾਵੇ, ਉਹਦੀਆਂ ਉਹ ਗਲਤੀਆਂ ਸੁਧਾਰੀਆਂ ਜਾਣ ਤੇ ਪਰਮਾਨੈਂਟ ਉਹਨਾਂ ਦੇ ਵਿੱਚ ਸੁਧਾਰ ਕੀਤਾ ਜਾਵੇ, ਜਿਸ ਨਾਲ ਵਿਦਿਆਰਥੀ ਵੱਧ ਤੋਂ ਵੱਧ ਆਪ ਦੇ ਵਿੱਚ ਸੁਧਾਰ ਕਰ ਸਕੇ। ਇਹੀ ਮੁਲਾਂਕਣ ਹੈ ਕਿ ਉਹ ਪਰਮਾਨੈਂਟ ਚੱਲਦਾ ਰਹੇ ਸਿੱਖਣ ਪ੍ਰਕਿਰਿਆ ਦੇ ਦੌਰਾਨ। ਅਧਿਆਪਕ ਕਲਾਸ ਦੇ ਵਿੱਚ ਬੱਚੇ ਦੀ ਪੂਰੀ ਨਿਗਰਾਨੀ ਰੱਖੇ ਤੇ ਉਦੋਂ ਹੀ ਮੁਲਾਂਕਣ ਕਰ ਦਿੱਤਾ, ਨਾਲ ਦੀ ਨਾਲ ਪ੍ਰਤੇਕ ਕਾਰਜ ਦਾ ਮੁਲਾਂਕਣ ਕਰਦਾ ਰਹੇ। ਇਹੀ ਮੁਲਾਂਕਣ ਦੀ ਨਿਰੰਤਰਤਾ ਹੈ। ਜੇ ਮੰਨ ਲਓ ਇੱਕ ਸਾਲ ਤੋਂ ਪ੍ਰੀਖਿਆ ਹੁੰਦੀ ਹੈ ਜਾਂ 6 ਮਹੀਨਿਆਂ ਤੋਂ ਪ੍ਰੀਖਿਆ ਹੁੰਦੀ ਹੈ, ਉਹਦਾ ਇੱਕ ਦੋਸ਼ ਇਹ ਵੀ ਹੈ ਕਿ ਮੰਨ ਲਓ ਕੋਈ ਬੱਚਾ ਬਿਮਾਰ ਹੋ ਜਾਂਦਾ ਹੈ ਵਿਦਿਆਰਥੀ, ਤੇ ਉਹ ਜਿਹੜੀ ਸਾਲ ਤੋਂ ਜਾਂ 6 ਮਹੀਨਿਆਂ ਤੋਂ ਪ੍ਰੀਖਿਆ ਹੁੰਦੀ ਹੈ, ਉਹਦੇ 'ਚ ਅੱਛਾ ਪ੍ਰਦਰਸ਼ਨ ਨਹੀਂ ਕਰ ਪਾਉਂਦਾ ਜਾਂ ਚੰਗਾ ਨਹੀਂ ਕਰ ਸਕਦਾ ਕਿਉਂਕਿ ਉਹ ਬਿਮਾਰ ਹੈ, ਤਾਂ ਫਿਰ ਕੀ ਹੈ, ਉਹ ਮਾਨਸਿਕ ਤਣਾਅ ਵਿੱਚ ਆ ਜਾਂਦਾ ਹੈ। ਇਸ ਲਈ ਨਿਰੰਤਰ ਜਿਹੜਾ ਮੁਲਾਂਕਣ ਚੱਲਦਾ ਰਹਿੰਦਾ ਹੈ, ਉਹ ਪੂਰੇ ਸਾਲ ਦਾ ਅਧਿਐਨ ਦੀ ਜਿਹੜੀ ਪ੍ਰਕਿਰਿਆ ਹੈ ਉਹਦਾ ਮੁਲਾਂਕਣ ਹੁੰਦਾ ਹੈ, ਜਿਹਦੇ ਨਾਲ ਵਿਦਿਆਰਥੀ ਦੀ ਸਹੀ ਜਾਂਚ ਅਸੀਂ ਜਾਂ ਪਰਖ ਕਰ ਸਕਦੇ ਹਾਂ ਕਿ ਉਹ ਕਿੰਨਾ ਸਿੱਖ ਰਿਹਾ ਹੈ ਤੇ ਕਿਵੇਂ ਸਿੱਖ ਰਿਹਾ ਹੈ। ਨਾਲ ਦੀ ਨਾਲ ਯੋਜਨਾ ਵੀ ਬਣਦੀ ਰਹਿੰਦੀ ਹੈ। ਤਾਂ ਇਹ ਹੈ ਨਿਰੰਤਰ ਮੁਲਾਂਕਣ ਜੋ ਪਰਮਾਨੈਂਟ ਚੱਲਦਾ ਰਹਿੰਦਾ ਹੈ। ਇਸ ਤੋਂ ਬਾਅਦ ਹੈ ਸਾਡਾ ਦੂਜਾ ਟੌਪਿਕ, ਨਿਰੰਤਰ ਮੁਲਾਂਕਣ ਬਾਰੇ ਅਸੀਂ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ। ਵਿਆਪਕਤਾ ਕੀ ਹੈ? ਵਿਆਪਕਤਾ ਹੁਣ ਅਸੀਂ ਨਿਰੰਤਰ ਵਿਆਪਕ ਮੁਲਾਂਕਣ ਕੀ ਹੈ, ਵਿਆਪਕਤਾ ਬਾਰੇ ਪੜਾਂਗੇ। ਵਿਆਪਕਤਾ ਦੇ ਵਿੱਚ ਕੀ ਹੈ, ਵਿਦਿਆਰਥੀ ਦੇ ਸਾਰੇ ਪੱਖਾਂ ਦਾ ਮੁਲਾਂਕਣ ਕੀ ਕੀਤਾ ਜਾਂਦਾ ਹੈ, ਵਿਦਿਆਰਥੀ ਦੇ ਸਾਰੇ ਪੱਖਾਂ ਦਾ ਮੁਲਾਂਕਣ। ਸਾਰੇ ਪੱਖਾਂ ਤੋਂ ਭਾਵ ਇਹ ਹੋਇਆ ਕਿ ਕਲਾਸ ਦੇ ਬਾਹਰ ਦਾ ਵਾਤਾਵਰਣ, ਜੋ ਕੰਮ ਕਾਰਜ ਹੋ ਰਹੇ ਹੈ ਕਲਾਸ ਤੋਂ ਬਾਹਰ, ਉਹਨਾਂ ਦਾ ਵੀ ਕੀ ਕੀਤਾ ਜਾਵੇ, ਮੁਲਾਂਕਣ ਕੀਤਾ ਜਾਵੇ। ਕਿਵੇਂ ਅਸੀਂ ਸਮਝਾਂਗੇ, ਜਿਵੇਂ ਦੇਖੋ ਸਾਰੇ ਪੱਖਾਂ ਦਾ ਭਾਵ ਕੀ ਹੋਇਆ, ਸਕੂਲ ਅਤੇ ਜਮਾਤ ਦੇ ਅੰਦਰ ਅਤੇ ਬਾਹਰ ਦੋਵਾਂ ਚੀਜ਼ਾਂ ਨੂੰ ਗੌਰ ਕਰੋਗੇ। ਅੰਦਰ ਅਤੇ ਬਾਹਰ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਦਾ ਮੁਲਾਂਕਣ ਕੀਤਾ ਜਾਵੇ, ਨਾ ਕਿ ਜਮਾਤ ਦੇ ਅੰਦਰ ਹੀ। ਕਿ ਕਈ ਵਾਰੀ ਅਧਿਆਪਕ ਆਮ ਤੌਰ ਤੇ ਕੀ ਕੀਤਾ ਜਾਂਦਾ ਹੈ ਅਧਿਆਪਨ ਪ੍ਰਕਿਰਿਆ ਦੇ ਵਿੱਚ, ਜਿਹਦਾ ਮੁਲਾਂਕਣ ਕਰਨਾ ਹੈ ਜਾਂ ਆਪਣਾ ਵਿਸ਼ਾ ਵਸਤੂ ਹੈ, ਇਕੱਲੇ ਉਹਦੀ ਹੀ ਗੌਰ ਕੀਤੀ ਜਾਂਦੀ ਹੈ ਤੇ ਉਹਦਾ ਹੀ ਪੇਪਰ ਲਿਆ ਜਾਂਦਾ ਹੈ। ਵਿਦਿਆਰਥੀ ਦੀਆਂ ਸਾਰੀਆਂ ਗਤੀਵਿਧੀਆਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਪਰ ਉਹ ਤਰੀਕਾ ਸਹੀ ਨਹੀਂ, ਗਲਤ ਹੈ। ਇੱਕ ਤਾਂ ਅਸੀਂ ਵਿਆਪਕਤਾ ਦੇ ਵਿੱਚ ਕੀ ਕਰਨਾ ਹੈ, ਪਾਠ ਪੁਸਤਕ ਜੋ ਸਾਡੀ ਹੈ ਉਹਦਾ ਤਾਂ ਅਧਿਐਨ ਕਰਨਾ ਹੀ ਹੈ, ਜਾਂ ਪਾਠ ਪੁਸਤਕ ਕਹਿ ਲਓ ਜਾਂ ਪਾਠ ਕਰਮ ਕਹਿ ਲਓ। ਉਸ ਦੇ ਇਲਾਵਾ ਪਾਠ ਸਹਿਗਾਮੀ ਕਿਰਿਆਵਾਂ ਜੋ ਹਨ, ਪਾਠ ਸਹਿਗਾਮੀ ਕਿਰਿਆਵਾਂ, ਇਹਨਾਂ ਦਾ ਵੀ ਕੀ ਕਰਨਾ ਹੈ, ਧਿਆਨ ਰੱਖਣਾ ਜ਼ਰੂਰੀ ਹੈ। ਇਹਨਾਂ ਦਾ ਵੀ ਮੁਲਾਂਕਣ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੋ ਵਿਸ਼ੇ ਵਸਤੂ ਤੋਂ ਹਟ ਕੇ ਵੀ ਜੋ ਵਿਦਿਆਰਥੀ ਕਾਰਜ ਕਰਦਾ ਹੈ, ਉਹਨਾਂ ਦਾ ਵੀ ਧਿਆਨ ਰੱਖਣਾ ਹੈ। ਉਹ ਕਾਰਜ ਕਿਹੜੇ ਹਨ ਜੋ ਵਿਸ਼ੇ ਵਸਤੂ ਤੋਂ ਹਟ ਕੇ ਕਰਦਾ ਹੈ, ਕੀ ਧਿਆਨ ਰੱਖਣਾ ਹੈ।
ਇੱਕ ਤਾਂ ਹੋ ਗਿਆ ਜਿਵੇਂ ਸਾਡਾ ਵਿਦਿਆਰਥੀ ਨੂੰ ਵਿਆਪਕਤਾ ਵਿੱਚ ਕੀ ਹੁੰਦਾ, ਅਵਸਰ ਕਿੰਨੇ ਪ੍ਰਦਾਨ ਕੀਤੇ ਜਾਂਦੇ। ਅਵਸਰ ਦਾ ਭਾਵ ਅਸੀਂ ਵਿਦਿਆਰਥੀ ਨੂੰ ਪੜ੍ਹਨ ਦੌਰਾਨ ਕਈ ਅਵਸਰ ਦਿੰਦੇ ਹਾਂ ਕਿ ਉਹ ਪੜ੍ਹੇ, ਉਹਨਾਂ ਨਾਲ ਸਿੱਖ ਸਕੇ, ਉਹਨੂੰ ਕਰਨ ਦੇ, ਜਾਂ ਜਿਵੇਂ ਕੋਈ ਪ੍ਰਯੋਗ ਕੀਤਾ ਉਸਨੇ, ਜਾਂ ਉਸਨੂੰ ਰਚਨਾ ਸਿੱਖਣ ਜਾਂ ਭਾਵ ਲਿਖਣ ਦਾ ਜਾਂ ਬੋਲਣ ਦਾ ਜਾਂ ਕੋਈ ਵੀ ਕਾਰਜ ਕਰਨ ਦਾ ਅਸੀਂ ਦਿੰਦੇ ਹਾਂ, ਜਾਂ ਪੜ੍ਹਨ ਦਾ, ਤਾਂ ਉਹ ਉਸ ਨੂੰ ਅਵਸਰ ਪ੍ਰਦਾਨ ਕੀਤੇ ਜਾਂਦੇ। ਅਵਸਰ ਜ਼ਿਆਦਾ ਤੋਂ ਜ਼ਿਆਦਾ ਅਸੀਂ ਵਿਦਿਆਰਥੀ ਨੂੰ ਪ੍ਰਦਾਨ ਕਰਦੇ ਹਨ ਕਿ ਵਿਦਿਆਰਥੀ ਆਪ ਕੁਝ ਕਰਕੇ ਸਿੱਖ ਸਕੇ। ਤਾਂ ਇੱਕ ਤਾਂ ਅਵਸਰਾਂ ਦਾ ਵੀ ਮੁਲਾਂਕਣ ਕੀਤਾ ਜਾਵੇ, ਵਿਸ਼ੇ ਵਸਤੂ ਦਾ ਵੀ ਕੀਤਾ ਜਾਵੇ, ਜੋ ਵਿਸ਼ਾ ਵਸਤੂ ਹੈ ਉਹਦਾ ਤਾਂ ਅਸੀਂ ਕਰਨਾ ਹੀ ਹੈ ਮੁਲਾਂਕਣ। ਉਸ ਤੋਂ ਇਲਾਵਾ ਜੋ ਪੜ੍ਹਨ ਦੇ ਤਰੀਕੇ ਹਨ ਸਿੱਖਣ ਸਿਖਾਉਣ ਦੇ, ਜੋ ਅਸੀਂ ਵਰਤ ਰਹੇ ਹਾਂ, ਉਹਨਾਂ ਦਾ ਵੀ ਮੁਲਾਂਕਣ ਹੋਣਾ ਚਾਹੀਦਾ ਹੈ ਕਿ ਵਿਦਿਆਰਥੀ ਕਿੰਨਾਂ ਤਰੀਕਿਆਂ ਨਾਲ ਸਿੱਖ ਰਿਹਾ ਹੈ। ਉਸ ਤੋਂ ਇਲਾਵਾ ਸਾਡੇ ਹੋ ਗਏ ਸਿੱਖਣ ਦੇ ਅਨੁਭਵ। ਸਿੱਖਣ ਦੌਰਾਨ ਜੋ ਵੀ ਅਨੁਭਵ ਵਿਦਿਆਰਥੀ ਨੂੰ ਮਿਲ ਰਹੇ ਹਨ ਉਹਨਾਂ ਦਾ ਵੀ ਮੁਲਾਂਕਣ ਕਰਨਾ ਜ਼ਰੂਰੀ ਹੈ। ਉਸ ਤੋਂ ਇਲਾਵਾ ਵਿਦਿਆਰਥੀ ਦੀ ਰੁਚੀ ਦਾ ਵੀ ਉਹਨੂੰ ਕਿਸ ਵਿਸ਼ੇ ਵਿੱਚ ਰੁਚੀ ਹੈ ਤੇ ਕਿਸ ਤਰੀਕੇ ਨਾਲ ਪੜ੍ਹਨ ਵਿੱਚ ਰੁਚੀ ਹੈ, ਉਸ ਪ੍ਰਕਾਰ ਉਹਦਾ ਵੀ ਮੁਲਾਂਕਣ ਜ਼ਰੂਰੀ ਹੈ, ਕਿਉਂਕਿ ਉਸੇ ਅਨੁਸਾਰ ਅਸੀਂ ਯੋਜਨਾ ਵੀ ਤਾਂ ਬਣਾਉਣੀ ਹੈ ਪੜ੍ਹਾਉਣ ਦੀ। ਉਸ ਤੋਂ ਇਲਾਵਾ ਕੌਸ਼ਲਾਂ ਦੇ ਵਿਕਾਸ ਵੱਲ ਵੀ ਧਿਆਨ ਦੇਣਾ ਹੈ ਵਿਦਿਆਰਥੀ ਦੇ। ਤਾਂ ਇਹ ਸਾਰੀਆਂ ਚੀਜ਼ਾਂ ਦਾ ਅਸੀਂ ਕੀ ਕਰਨਾ ਹੈ, ਧਿਆਨ। ਭਾਵ ਵਿਦਿਆਰਥੀ ਵਿਆਪਕਤਾ ਦਾ ਮਤਲਬ ਅਸੀਂ ਜੇ ਸਿੱਧੇ ਅਰਥਾਂ 'ਚ ਲਈਏ, ਵਿਆਪਕਤਾ ਕਿਹਾ ਜਾਂਦਾ ਹੈ ਵਿਸ਼ਾਲ ਰੂਪ ਨੂੰ, ਵੱਡੇ ਰੂਪ ਨੂੰ। ਭਾਵ ਜਿਹੜਾ ਵਿਆਪਕਤਾ 'ਚ ਹੋ ਗਿਆ, ਇੱਕ ਤਾਂ ਵਿਦਿਆਰਥੀ ਦੇ ਸਾਰੇ ਪੱਖਾਂ ਦਾ ਅਧਿਐਨ ਭਾਵ ਮੁਲਾਂਕਣ ਕੀਤਾ ਜਾਵੇ, ਇੱਕ ਤਾਂ ਇਹ ਹੋ ਗਿਆ। ਇੱਕ ਹੋ ਗਿਆ ਵਿਆਪਕਤਾ ਦਾ ਮਤਲਬ ਕਿ ਸਾਰੇ ਪਾਠਕ੍ਰਮ ਨੂੰ ਵੀ ਸ਼ਾਮਲ ਕੀਤਾ ਜਾਵੇ, ਤੇ ਇਹ ਪਾਠਕ੍ਰਮ ਤੋਂ ਬਾਹਰ ਜਿਹੜੀਆਂ ਪਾਠ ਸਹਿਗਾਮੀ ਕਿਰਿਆਵਾਂ ਹਨ, ਵਿਦਿਆਰਥੀ ਜਿਨ੍ਹਾਂ ਵਿੱਚ ਸ਼ਾਮਲ ਹੁੰਦਾ ਹੈ, ਚਾਹੇ ਉਹ ਕਲਾਸ ਤੋਂ ਬਾਹਰ ਦੀਆਂ ਜਾਂ ਵਿਦਿਆਲੇ ਤੋਂ ਸਕੂਲ ਤੋਂ ਬਾਹਰ ਦੀਆਂ ਵੀ ਕਈ ਕਿਰਿਆਵਾਂ ਹਨ ਜਿਨ੍ਹਾਂ ਵਿੱਚ ਵਿਦਿਆਰਥੀ ਭਾਗ ਲੈਂਦਾ ਹੈ ਜਾਂ ਹਿੱਸਾ ਲੈਂਦਾ ਹੈ, ਉਹਨਾਂ ਸਾਰੀਆਂ ਚੀਜ਼ਾਂ ਦਾ ਮੁਲਾਂਕਣ ਕਰਨਾ ਹੀ ਮੁਲਾਂਕਣ ਦੀ ਕੀ ਹੈ, ਵਿਆਪਕਤਾ ਹੈ। ਤਾਂ ਨਿਰੰਤਰਤਾ ਤੇ ਵਿਆਪਕਤਾ ਦੋ ਗੁਣਾਂ ਬਾਰੇ ਅਸੀਂ ਪੜ੍ਹ ਲਿਆ ਹੈ। ਇੱਕ ਵਾਰ ਹੋਰ ਦੇਖਾਂਗੇ ਅਸੀਂ ਨਿਰੰਤਰਤਾ ਬਾਰੇ। ਨਿਰੰਤਰਤਾ ਤੋਂ ਭਾਵ ਹੈ ਕਿ ਜਿਵੇਂ ਸਾਲ ਤੋਂ ਜਾਂ 6 ਮਹੀਨਿਆਂ ਤੋਂ ਪ੍ਰੀਖਿਆ ਹੋਣੀ ਨਹੀਂ। ਮੁਲਾਂਕਣ ਕੀ ਹੈ, ਮੁਲਾਂਕਣ ਹੈ ਕਿ ਪਰਮਾਨੈਂਟ ਹੀ ਪੂਰੇ ਸਿੱਖਣ ਦੌਰਾਨ ਨਿਸ਼ਚਿਤ ਸਮੇਂ ਵਿੱਚ, ਜਿਵੇਂ ਮੰਨ ਲਓ 1 ਸਾਲ ਇੱਕ ਕਲਾਸ ਵਿੱਚ ਵਿਦਿਆਰਥੀ ਸਿੱਖ ਰਿਹਾ ਹੈ, ਤਾਂ ਪੂਰਾ ਸਾਲ ਅਧਿਆਪਕ ਦੁਆਰਾ ਉਸਦੇ ਸਿੱਖਣ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਜਾਵੇ। ਉਸ ਦੀਆਂ ਵੀ ਕਿਵੇਂ ਪੜ੍ਹ ਰਿਹਾ ਹੈ, ਕਿੰਨਾ ਪੜ੍ਹ ਰਿਹਾ ਹੈ, ਕਿੰਨਾ ਸਿੱਖ ਰਿਹਾ ਹੈ, ਕਿੰਨਾ ਉਸਦੇ ਵਿਵਹਾਰ ਵਿੱਚ ਪਰਿਵਰਤਨ ਹੋਇਆ ਹੈ, ਤੇ ਕੀ ਕਮੀਆਂ ਤੇ ਘਾਟਾਂ ਹਨ, ਤੇ ਉਹਨਾਂ ਨੂੰ ਨਾਲ ਦੀ ਨਾਲ ਹੀ ਦੂਰ ਕੀਤੀਆਂ ਜਾਣ ਯੋਜਨਾਵਾਂ ਬਣਾ ਕੇ। ਤੇ ਉਹ ਸਾਰਾ ਸਿਸਟਮ ਜੋ ਹੈ ਮੁਲਾਂਕਣ ਨਾਲ ਦੀ ਨਾਲ ਹੀ ਚੱਲਦਾ ਰਹੇ। ਇਹ ਤਾਂ ਹੋਗੀ ਨਿਰੰਤਰਤਾ। ਵਿਆਪਕਤਾ ਹੋਗੀ ਸਾਰੇ ਪੱਖਾਂ ਦਾ, ਵਿਦਿਆਰਥੀ ਦੇ ਸਾਰੇ ਪੱਖਾਂ ਦਾ ਕੀਤਾ ਜਾਵੇ, ਮੁਲਾਂਕਣ ਕੀਤਾ ਜਾਵੇ। ਅਧਿਆਪਨ ਪ੍ਰਕਿਰਿਆ ਸਾਰੇ ਪੱਖਾਂ ਦੀ ਉਸ ਅਨੁਸਾਰ ਕਰਾਈ ਜਾਵੇ ਕਿ ਮੁਲਾਂਕਣ ਸਾਰੇ ਪੱਖਾਂ ਦਾ ਹੋਵੇ। ਤੇ ਇਸ ਤੋਂ ਇਲਾਵਾ ਕੀ ਹੋਵੇ, ਨਾਲੇ ਜੋ ਪਾਠਕ੍ਰਮ ਹੈ ਉਹਨੂੰ ਵੀ ਸਾਰੇ ਨੂੰ ਘੇਰੇ ਵਿੱਚ ਲਿਆ ਜਾਵੇ, ਤੇ ਪਾਠ ਸਹਿਗਾਮੀ ਕਿਰਿਆਵਾਂ ਜਿਨ੍ਹਾਂ ਵਿੱਚ ਵਿਦਿਆਰਥੀ ਭਾਗ ਲੈਂਦਾ ਹੈ ਉਹਨਾਂ ਦਾ ਵੀ ਧਿਆਨ ਰੱਖਿਆ ਜਾਵੇ। ਤਾਂ ਇਹ ਹੈ ਸਿੱਖਣ ਦੀ ਵਿਆਪਕਤਾ। ਤਾਂ ਉਸ ਤੋਂ ਬਾਅਦ ਹੁਣ ਅਸੀਂ ਅਗਲਾ ਟੌਪਿਕ ਪੜਾਂਗੇ, ਆਂਕਲਨ। ਕਿ ਆਂਕਲਨ ਕੀ ਹੈ। ਹੁਣ ਅਸੀਂ ਆਂਕਲਨ ਬਾਰੇ ਪੜਾਂਗੇ ਕਿ ਆਂਕਲਨ ਦੀ ਪ੍ਰਕਿਰਿਆ ਕੀ ਹੈ, ਜੋ ਕਿ ਨਿਰੰਤਰ ਅਤੇ ਵਿਆਪਕ ਮੁਲਾਂਕਣ ਦਾ ਇੱਕ ਕੀ ਹੈ, ਤੱਤ ਹੈ। ਅਸੀਂ ਦੇਖਾਂਗੇ ਆਂਕਲਨ ਦੇ ਵਿੱਚ ਕੀ ਕੀ ਸ਼ਾਮਿਲ ਕੀਤਾ ਜਾਂਦਾ ਹੈ, ਕੀ ਕੀ ਆਉਂਦਾ ਹੈ। ਆਂਕਲਨ ਨੂੰ ਅਸੀਂ ਸਮਝਾਂਗੇ। ਆਂਕਲਨ ਕੀ ਹੈ, ਪਹਿਲੀ ਸ਼ਰਤ ਹੈ ਇਸ ਦੀ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ। ਆਂਕਲਨ ਕੀ ਹੈ, ਲਗਾਤਾਰ ਚੱਲਦੀ ਹੈ ਪ੍ਰਕਿਰਿਆ, ਨਿਰੰਤਰ ਕੰਟੀਨਿਊ ਚੱਲਦੀ ਹੈ। ਇੱਕ ਤਾਂ ਇਹ ਹੋ ਗਿਆ। ਦੂਜਾ ਕੀ ਹੈ, ਛੋਟੇ ਛੋਟੇ ਉਦੇਸ਼ਾਂ ਲਈ ਕੀਤਾ ਜਾਂਦਾ ਹੈ। ਆਂਕਲਨ ਕਿਸ ਲਈ ਕੀਤਾ ਜਾਂਦਾ ਹੈ, ਛੋਟੇ ਛੋਟੇ ਉਦੇਸ਼ਾਂ ਲਈ ਕੀਤਾ ਜਾਂਦਾ ਹੈ। ਇੱਕ ਅਸੀਂ ਇਹ ਚੀਜ਼ ਧਿਆਨ ਵਿੱਚ ਰੱਖਣੀ ਹੈ ਕਿ ਜੋ ਵੀ ਕਲਾਸ ਚੱਲਦੀ ਹੈ ਜਾਂ ਸਿੱਖਣ ਦੀ ਪ੍ਰਕਿਰਿਆ ਚੱਲਦੀ ਹੈ, ਉਹਦੇ ਵਿੱਚ ਛੋਟੇ ਛੋਟੇ ਉਦੇਸ਼ਾਂ ਲਈ ਆਂਕਲਨ ਦੀ ਪ੍ਰਕਿਰਿਆ ਅਪਣਾਈ ਜਾਂਦੀ ਹੈ। ਇਸ ਤੋਂ ਇਲਾਵਾ ਕੀ ਹੈ, ਬੱਚਿਆਂ ਨੂੰ ਸਿੱਖਣ ਲਈ ਪ੍ਰੇਰਿਤ ਕਰਨਾ। ਇਹਦੇ ਕੰਮ ਕੀ ਹੈ, ਆਂਕਲਨ ਦੇ ਕੰਮ ਕੀ ਹੈ, ਬੱਚਿਆਂ ਨੂੰ ਸਿੱਖਣ ਲਈ ਪ੍ਰੇਰਿਤ ਕਰਨਾ। ਪ੍ਰੇਰਣਾ ਦੇਣੀ ਬੱਚੇ ਨੂੰ ਬਹੁਤ ਜ਼ਰੂਰੀ ਹੈ, ਕਿਉਂਕਿ ਪ੍ਰੇਰਣਾ ਦਿੱਤੇ ਬਿਨਾਂ ਬੱਚਾ ਪੜ੍ਹਦਾ ਨਹੀਂ ਹੈ। ਜਦੋਂ ਉਸ ਨੂੰ ਪ੍ਰੇਰਿਤ ਕੀਤਾ ਜਾਊਗਾ ਪੜ੍ਹਨ ਦੇ ਲਈ, ਤਾਂ ਉਹ ਕੀ ਕਰੂਗਾ, ਪੜੂਗਾ, ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰੂਗਾ, ਸਿੱਖਣ ਦੀ ਕੋਸ਼ਿਸ਼ ਕਰੂਗਾ। ਤਾਂ ਆਂਕਲਨ ਵਿੱਚ ਕੀ ਕੀਤਾ ਜਾਂਦਾ ਹੈ, ਬੱਚਿਆਂ ਨੂੰ ਸਿੱਖਣ ਲਈ ਪ੍ਰੇਰਿਤ ਕਰਨਾ ਤੇ ਸਿੱਖਣ ਲਈ ਸਹੀ ਮਾਹੌਲ ਦੇਣਾ। ਕੀ ਦੇਣਾ, ਸਿੱਖਣ ਦੇ ਲਈ ਸਹੀ ਮਾਹੌਲ ਪ੍ਰਦਾਨ ਕਰਨਾ, ਜਿਹਦੇ ਨਾਲ ਬੱਚੇ ਆਸਾਨੀ ਨਾਲ ਤੇ ਚੰਗੀ ਤਰ੍ਹਾਂ ਸਿੱਖ ਸਕਣ।
ਉਸ ਤੋਂ ਇਲਾਵਾ ਹੋਰ ਕੀ ਹੈ, ਹਰੇਕ ਬੱਚੇ, ਭਾਵ ਇੱਥੇ ਅਸੀਂ ਵਿਅਕਤੀਗਤ ਗੱਲ ਕਰ ਰਹੇ ਹਾਂ ਕਿ ਪ੍ਰਤੇਕ ਬੱਚੇ ਦਾ ਧਿਆਨ ਰੱਖਿਆ ਜਾਂਦਾ ਹੈ। ਹਰੇਕ ਬੱਚੇ ਦੀ ਸਮਰੱਥਾ ਨੂੰ ਧਿਆਨ ਵਿੱਚ ਰੱਖ ਕੇ ਸਿਖਾਉਣਾ ਕਿ ਉਸ ਵਿਦਿਆਰਥੀ ਦਾ ਲੈਵਲ ਕੀ ਹੈ, ਕਿੰਨਾ ਸਿੱਖ ਸਕਦਾ ਹੈ, ਉਹ ਕਿੰਨਾ ਸਿੱਖਣ ਦੇ ਯੋਗ ਹੈ ਜਾਂ ਕੀ ਉਹ ਸਿੱਖਣਾ ਦੇ ਸਮਰੱਥ ਹੈ, ਉਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਸਿੱਖਣ ਦਾ ਕਾਰਜ ਕਰਵਾਇਆ ਜਾਣਾ ਚਾਹੀਦਾ ਹੈ। ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਹੈ ਆਕਲਨ ਵਿੱਚ। ਹੋਰ ਕੀ ਕੀਤਾ ਜਾਂਦਾ ਹੈ ਆਕਲਨ ਵਿੱਚ, ਬੱਚੇ ਬਾਰੇ ਕੀ ਹੈ, ਵਿਦਿਆਰਥੀ ਕੀ ਸਿੱਖ ਰਹੇ ਹਨ। ਨੰਬਰ 1 ਤਾਂ ਕੀ ਸਿੱਖ ਰਹੇ ਹਨ, ਵਿਦਿਆਰਥੀ ਕੀ ਸਿੱਖ ਰਹੇ ਹਨ, ਇਹ ਚੀਜ਼। ਦੂਜੇ 2 ਨੰਬਰ ਕੀ ਹੈ, ਕੀ ਨਹੀਂ ਸਿੱਖ ਰਹੇ, ਕੀ ਚੀਜ਼ ਤਾਂ ਵਿਦਿਆਰਥੀ ਸਿੱਖ ਰਹੇ, ਉਹਨਾਂ ਦੇ ਸਮਝ ਆ ਰਹੀ ਹੈ ਸਿੱਖਣ ਪ੍ਰਕਿਰਿਆ ਦੌਰਾਨ, ਤੇ ਕਿਹੜੀਆਂ ਚੀਜ਼ਾਂ ਉਹ ਸਿੱਖ ਨਹੀਂ ਪਾ ਰਹੇ ਹਨ, ਉਹਨਾਂ ਨੂੰ ਸਮੱਸਿਆ ਆ ਰਹੀ ਹੈ। ਉਸ ਤੋਂ ਇਲਾਵਾ ਕੀ ਹੈ, ਕਿਉਂ ਨਹੀਂ ਸਿੱਖ ਰਹੇ, ਜੋ ਚੀਜ਼ ਉਹ ਨਹੀਂ ਸਿੱਖ ਰਹੇ ਉਹ ਕਿਉਂ ਨਹੀਂ ਸਿੱਖ ਰਹੇ, ਇਸ ਚੀਜ਼ ਤੇ ਵੀ ਗੌਰ ਕੀਤੀ ਜਾਂਦੀ ਹੈ ਆਕਲਨ ਵਿੱਚ। ਉਸ ਤੋਂ ਇਲਾਵਾ ਸਿਖਾਉਣ ਦੇ ਤਰੀਕੇ ਸਹੀ ਹੈ ਜਾਂ ਸਹੀ ਨਹੀਂ ਹੈ। ਆਕਲਨ ਵਿੱਚ ਹੋਰ ਕੀ ਦੇਖਿਆ ਜਾਂਦਾ ਹੈ ਕਿ ਸਿਖਾਉਣ ਦੇ ਤਰੀਕੇ, ਜੋ ਉਹਨਾਂ ਨੂੰ ਸਿੱਖਣ ਪ੍ਰਕਿਰਿਆ ਚੱਲਦੀ ਹੈ, ਸਿਖਾਉਣ ਦੇ ਤਰੀਕੇ ਹੈ ਉਹ ਸਹੀ ਹੈ ਜਾਂ ਨਹੀਂ ਹੈ। ਆਕਲਨ ਵਿੱਚ ਇਹ ਚੀਜ਼ਾਂ ਦੇਖੀਆਂ ਜਾਂਦੀਆਂ ਹਨ ਕਿ ਵਿਦਿਆਰਥੀ ਕੀ ਸਿੱਖ ਰਿਹਾ ਹੈ, ਕੀ ਨਹੀਂ ਸਿੱਖ ਰਿਹਾ ਤੇ ਕਿਉਂ ਨਹੀਂ ਸਿੱਖ ਰਿਹਾ। ਤੇ ਇੱਕ ਗੱਲ ਕੀ ਹੈ, ਸਿਖਾਉਣ ਦੇ ਤਰੀਕੇ ਸਹੀ ਹੈ ਜਾਂ ਨਹੀਂ। ਜੇਕਰ ਸਹੀ ਨਹੀਂ ਹੈ ਜਾਂ ਕੋਈ ਦਿੱਕਤ ਆ ਰਹੀ ਹੈ ਵਿਦਿਆਰਥੀ ਨੂੰ ਸਿੱਖਣ ਵਿੱਚ, ਤਾਂ ਉਹਨਾਂ ਦਾ ਕੀ ਕੀਤਾ ਜਾਂਦਾ ਹੈ, ਅਧਿਆਪਨ ਯੋਜਨਾ ਵਿੱਚ ਸੁਧਾਰ ਕਰਕੇ ਤੇ ਉਹਨਾਂ ਨੂੰ ਸੁਧਾਰ ਕਰ ਲਿਆ ਜਾਂਦਾ ਹੈ। ਇਹ ਤਾਂ ਹੋ ਗਿਆ ਆਕਲਨ, ਅਸੀਂ ਚੰਗੀ ਤਰ੍ਹਾਂ ਸਮਝ ਗਏ। ਹੁਣ ਹੈ ਮੁਲਾਂਕਣ। ਕੀ ਮੁਲਾਂਕਣ ਕੀ ਹੈ, ਸਿੱਖਣ ਦਾ ਜੋ ਮੁਲਾਂਕਣ ਦਾ ਵਿਆਪਕ ਅਤੇ ਨਿਰੰਤਰ ਮੁਲਾਂਕਣ ਦਾ ਚੌਥਾ ਤੱਤ ਹੈ ਮੁਲਾਂਕਣ। ਇਹ ਕੀ ਹੈ, ਇਹ ਪ੍ਰਕਿਰਿਆ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਦੇ ਨਾਲ ਨਾਲ ਚੱਲਦੀ ਹੈ। ਕੀ ਹੁੰਦਾ ਹੈ, ਸਿੱਖਣ ਦੀ ਜੋ ਪ੍ਰਕਿਰਿਆ ਹੈ ਉਸ ਦੇ ਨਾਲ ਨਾਲ ਚੱਲਣ ਵਾਲੀ ਪ੍ਰਕਿਰਿਆ ਹੈ। ਕਿਹੜੀ ਪ੍ਰਕਿਰਿਆ ਹੈ, ਮੁਲਾਂਕਣ। ਇਹ ਤਾਂ ਸਾਨੂੰ ਪਤਾ ਹੈ। ਇਸ ਤੋਂ ਇਲਾਵਾ ਕੀ ਹੈ, ਵੱਡੇ ਨਿਸ਼ਾਨਿਆਂ ਤੇ ਕੇਂਦਰਿਤ ਹੈ। ਕੀ ਹੈ, ਇਸ ਦੇ ਨਿਸ਼ਾਨੇ ਕੀ ਹਨ, ਵੱਡੇ। ਨਿਸ਼ਾਨੇ ਦਾ ਮਤਲਬ ਹੋ ਗਿਆ ਟਾਰਗੇਟ। ਟਾਰਗੇਟ ਕੀ ਹਨ, ਵੱਡੇ ਨਿਸ਼ਾਨਿਆਂ ਦੇ ਟਾਰਗੇਟ ਤੇ ਕੇਂਦਰਿਤ ਪ੍ਰਕਿਰਿਆ ਹੈ ਮੁਲਾਂਕਣ ਦੀ ਪ੍ਰਕਿਰਿਆ। ਇਸ ਤੋਂ ਇਲਾਵਾ ਕੀ ਹੈ, ਨਿਰੰਤਰ ਪ੍ਰਕਿਰਿਆ ਹੈ, ਮੁਲਾਂਕਣ ਨਿਰੰਤਰ ਚੱਲਦਾ ਹੈ, ਸਾਨੂੰ ਪਤਾ ਹੈ। ਇਸ ਤੋਂ ਇਲਾਵਾ ਕੀ ਹੈ, ਸਿੱਖਿਆ ਦੇ ਉਦੇਸ਼ਾਂ ਦੀ ਪ੍ਰਾਪਤੀ ਕਿੱਥੋਂ ਤੱਕ। ਮੇਨ ਚੀਜ਼ ਇਹ ਹੈ ਕਿ ਮੁਲਾਂਕਣ ਕੀ ਪਤਾ ਲਾਉਂਦਾ ਹੈ, ਕੀ ਕਾਰਜ ਕੀ ਹੈ ਮੁਲਾਂਕਣ ਦਾ। ਤਾਂ ਮੁਲਾਂਕਣ ਦਾ ਮੇਨ ਕਾਰਜ ਹੈ ਕਿ ਸਿੱਖਿਆ ਦੇ ਉਦੇਸ਼ਾਂ ਦੀ ਕਿੱਥੋਂ ਤੱਕ ਪ੍ਰਾਪਤੀ ਹੋਈ ਹੈ, ਜੋ ਉਦੇਸ਼ ਮਿੱਥੇ ਗਏ ਹਨ ਸਿੱਖਣ ਪ੍ਰਕਿਰਿਆ ਦੇ ਦੌਰਾਨ। ਮੁਲਾਂਕਣ ਪਤਾ ਲਾਉਂਦਾ ਹੈ ਕਿ ਉਹ ਕਿੱਥੋਂ ਤੱਕ ਪ੍ਰਾਪਤ ਹੋ ਗਏ ਹਨ ਜਾਂ ਪ੍ਰਾਪਤ ਨਹੀਂ ਹੋਏ ਹਨ। ਤੇ ਦੂਜੀ ਗੱਲ ਕੀ ਹੈ, ਵਿਦਿਆਰਥੀਆਂ ਨੇ ਕਿੰਨਾ ਸਿੱਖ ਲਿਆ ਹੈ, ਵਿਦਿਆਰਥੀ ਸਿੱਖਣ ਪ੍ਰਕਿਰਿਆ ਦੌਰਾਨ ਕੀ ਕੁਝ ਸਿੱਖ ਚੁੱਕੇ ਹਨ। ਇਹ ਪਤਾ ਵੀ ਲਾਇਆ ਜਾਂਦਾ ਹੈ ਕਿ ਵਿਦਿਆਰਥੀ ਕਿੰਨਾ ਸਿੱਖ ਚੁੱਕੇ ਹਨ ਜਾਂ ਉਹਨਾਂ ਨੇ ਕਿੱਥੋਂ ਤੱਕ ਉਦੇਸ਼ ਪ੍ਰਾਪਤ ਕਰ ਲਏ ਹਨ। ਉਹਨਾਂ ਚੀਜ਼ਾਂ ਦਾ ਮੁਲਾਂਕਣ ਵਿੱਚ ਕੀ ਕੀਤਾ ਜਾਂਦਾ ਹੈ, ਪਤਾ ਲਾਇਆ ਜਾਂਦਾ ਹੈ। ਤਾਂ ਇਹ ਅਸੀਂ ਵਿਆਪਕ ਤੇ ਨਿਰੰਤਰ ਮੁਲਾਂਕਣ ਨੂੰ ਪੂਰਾ ਪੜ੍ਹ ਲਿਆ ਹੈ। ਅਸੀਂ ਪਹਿਲਾਂ ਤਾਂ ਪੜ੍ਹਿਆ ਕਿ ਵਿਆਪਕ ਤੇ ਨਿਰੰਤਰ ਮੁਲਾਂਕਣ ਕਿਹਦੇ ਤੇ ਆਧਾਰਿਤ ਹੈ। ਤਾਂ ਇੱਕ ਤਾਂ ਹੈ NCF ਤੇ। NCF ਇੱਕ ਵਾਰ ਅਸੀਂ ਥੋੜਾ ਜਿਹਾ ਰਿਵਾਈਜ਼ ਕਰਾਂਗੇ। NCF 2005 ਤੇ ਇੱਕ RTE 2009। ਇਹਨਾਂ ਦੇ ਆਧਾਰਿਤ ਹੈ, ਇਹਨਾਂ ਦੋਵਾਂ ਤੇ ਆਧਾਰਿਤ ਹੈ। ਕੀ ਆਧਾਰਿਤ ਹੈ, ਵਿਆਪਕ ਤੇ ਨਿਰੰਤਰ ਮੁਲਾਂਕਣ। NCF 2005 ਤੇ RTE 2009 ਇਹਨਾਂ ਵਿੱਚ ਬਲ ਦਿੱਤਾ ਗਿਆ ਕਿ ਵਿਦਿਆਰਥੀਆਂ ਨੂੰ ਨਿਰੰਤਰ ਤੇ ਵਿਆਪਕ ਮੁਲਾਂਕਣ ਕਰਵਾਇਆ ਜਾਵੇ, ਕਿਉਂਕਿ ਪਹਿਲਾਂ ਮੁਲਾਂਕਣ ਦੀ ਪ੍ਰਕਿਰਿਆ ਠੀਕ ਨਹੀਂ ਸੀ। ਵਿਦਿਆਰਥੀ ਉਸ ਨਾਲ ਕਈ ਤਰੀਕੇ ਨਾਲ ਪਰੇਸ਼ਾਨ ਸੀ ਜਾਂ ਮਾਨਸਿਕ ਤਣਾਅ ਵਿੱਚ ਆਉਂਦੇ ਸੀ। ਤਾਂ ਇਹਨਾਂ ਨੇ ਇਹ ਸੁਝਾਅ ਦਿੱਤੇ ਹੈ ਕਿ ਵਿਦਿਆਰਥੀਆਂ ਨੂੰ ਨਿਰੰਤਰ ਤੇ ਵਿਆਪਕ ਮੁਲਾਂਕਣ ਵਿਦਿਆਰਥੀਆਂ ਲਈ ਅਪਣਾਇਆ ਜਾਵੇ। ਤਾਂ ਇਹਨਾਂ ਦੋਵਾਂ ਤੇ ਆਧਾਰਿਤ ਇਹ ਪ੍ਰਸ਼ਨ ਪੁੱਛ ਲਿਆ ਜਾਵੇ ਤਾਂ ਅਸੀਂ ਦੇ ਸਕਦੇ ਹਾਂ। ਹੋਰ ਅਸੀਂ ਕੀ ਇਸ ਦੇ ਵਿੱਚ ਧਿਆਨ ਰੱਖਣਾ ਹੈ, ਇਸ ਦੇ 4 ਤੱਤ ਹਨ। 4 ਤੱਤ ਅਸੀਂ ਪੜ੍ਹ ਲਏ ਹਨ। ਕਿਹੜੇ ਕਿਹੜੇ ਹਨ, ਨਿਰੰਤਰਤਾ, ਵਿਆਪਕਤਾ, ਆਕਲਨ ਤੇ ਮੁਲਾਂਕਣ। ਇਹਨਾਂ ਚਾਰਾਂ ਬਾਰੇ ਅਸੀਂ ਚੰਗੀ ਤਰ੍ਹਾਂ ਪੜ੍ਹ ਰਹੇ ਹਾਂ। ਮੇਨ ਗੱਲ ਇਹ ਹੈ ਕਿ ਨਿਰੰਤਰ ਤੇ ਵਿਆਪਕ ਮੁਲਾਂਕਣ ਦਾ ਮੁੱਖ ਗੁਣ ਇਹ ਹੈ ਕਿ ਇੱਕ ਤਾਂ ਇਹ ਸਾਰੇ ਵਿਦਿਆਰਥੀ ਦੇ ਸਾਰੇ ਪੱਖਾਂ ਦਾ ਵਿਕਾਸ ਜਾਂ ਅਸੀਂ ਕਹਿ ਲਈਏ ਸਰਵਪੱਖੀ ਵਿਕਾਸ ਕਰਦਾ ਹੈ।
ਤੇ ਇੱਕ ਇਹ ਨਿਰੰਤਰ ਚੱਲਦਾ ਰਹਿੰਦਾ ਹੈ। ਇਹ ਨਹੀਂ ਵੀ ਕੁਝ ਟਾਈਮ ਬਾਅਦ ਪ੍ਰੀਖਿਆ ਹੋ ਗਈ ਜਾਂ ਇਹ ਨਹੀਂ ਹੁੰਦਾ, ਪਰਮਾਨੈਂਟ ਹੀ ਇਹ ਸਿੱਖਣ ਪ੍ਰਕਿਰਿਆ ਦੇ ਨਾਲ ਨਾਲ ਚੱਲਣ ਵਾਲੀ ਪ੍ਰਕਿਰਿਆ ਹੈ। ਇਹ ਪ੍ਰਸ਼ਨ ਵੀ ਪੁੱਛਿਆ ਜਾ ਸਕਦਾ ਹੈ ਕਿ ਜੋ ਮੁਲਾਂਕਣ ਦੀ ਪ੍ਰਕਿਰਿਆ ਹੈ ਇਹ ਸਿੱਖਣ ਪ੍ਰਕਿਰਿਆ, ਜੋ ਵਿਆਪਕ ਤੇ ਨਿਰੰਤਰ ਮੁਲਾਂਕਣ ਹੈ ਇਹ ਸਿੱਖਣ ਪ੍ਰਕਿਰਿਆ ਦੇ ਨਾਲੋਂ ਨਾਲ ਚੱਲਦਾ ਹੈ। ਅਸੀਂ ਇਹ ਲਿਖਣਾ, ਪੁੱਛਿਆ ਜਾਵੇ ਤਾਂ ਨਾਲੋਂ ਨਾਲ ਚੱਲਦਾ ਹੈ, ਬਾਅਦ ਵਿੱਚ ਨਹੀਂ ਹੁੰਦਾ। ਸਿੱਖਣ ਪ੍ਰਕਿਰਿਆ ਦੇ ਨਾਲ ਨਾਲ ਚੱਲਣ ਵਾਲੀ ਇਹ ਪ੍ਰਕਿਰਿਆ ਹੈ। ਤਾਂ ਅਸੀਂ ਵਿਆਪਕ ਤੇ ਨਿਰੰਤਰ ਮੁਲਾਂਕਣ ਬਾਰੇ ਅੱਜ ਦੀ ਕਲਾਸ ਵਿੱਚ ਪੜ੍ਹਿਆ। ਮੈਨੂੰ ਉਮੀਦ ਹੈ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਤੁਸੀਂ ਆਪਣੀ ਤਿਆਰੀ ਨੂੰ ਜਾਰੀ ਰੱਖੋ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਕਲਾਸ, ਤਾਂ ਤੁਸੀਂ ਇਸ ਨੂੰ ਲਾਈਕ ਕਰੋ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਜੇ ਤੁਹਾਨੂੰ ਕੋਈ ਵੀ ਵੀਡੀਓ ਦੇ ਵਿੱਚ ਕੋਈ ਪ੍ਰੋਬਲਮ ਹੈ ਜਾਂ ਕੋਈ ਵੀ ਤੁਹਾਨੂੰ ਲੱਗਦਾ ਹੈ ਸੁਝਾਅ, ਤਾਂ ਤੁਸੀਂ ਆਪਣਾ ਕੀਮਤੀ ਸੁਝਾਅ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ।